ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਟਿਆਲਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਆ ਗਈ ਸੀ ਚਾਵਲਾ ਸਾਹਿਬ। ਚਲੋ ਹੋ ਜਾਂਦੀ ਜੀ ਕਿਸੇ ਵੇਲੇ, ਹਾਂਜੀ ਹਾਂਜੀ ਚੱਲਦਾ। ਇਹ ਤਕਨੀਕ ਹੈ, ਇਹ ਤਕਨੀਕ ਦਾ ਯੁੱਗ ਹੈ। ਕੋਈ ਵੀ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਬਈ ਇੱਥੋਂ ਉੱਥੋਂ ਤੱਕ ਜਾਣਾ। ਪਤਾ ਨਹੀਂ ਬੰਦੇ ਨੇ ਉੱਠਣਾ ਤੇ ਮਿੱਟੀ ਹੈ, ਹਮ ਆਦਮੀ ਹੈ ਇੱਕਦਮੀ। ਤੇ ਤਕਨੀਕ ਵੀ ਇਹੀ ਹੈ। ਪਾਵਰ ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਹੈ, ਸਾਡੇ ਸਵਾਸ ਉਹ ਪਾਵਰ ਨੇ। ਤੇ ਜਦੋਂ ਸਵਾਸ ਪਾਵਰ ਤਾਰ ਪਲੱਗ ਉੱਪਰ ਵਾਲੇ ਨੇ ਖਿੱਚ ਲਈ ਤਾਂ ਅਸੀਂ ਮਿੱਟੀ। ਇਸੇ ਤਰ੍ਹਾਂ ਇਲੈਕਟ੍ਰੀਸਿਟੀ ਚੱਲਦੀ ਹੈ ਜਾਂ ਸੋਲਰ ਸਿਸਟਮ ਵਾਲੀ ਬੈਟਰੀ 'ਚ ਪਾਵਰ ਹੈ ਤਾਂ ਦੁਨੀਆ ਦੇ ਵਿੱਚ ਲਾਈਟ ਹੈ। ਜਿੱਦਣ ਸੋਲਰ ਸਿਸਟਮ ਦੀ ਬੈਟਰੀ ਦੀ ਬੁਨਿਆਦ ਖਤਮ ਹੋ ਗਈ, ਉਹਨੂੰ ਦੁਬਾਰਾ ਰੀਬਿਲਡ ਕਰਨਾ ਪੈਣਾ। ਇਸੇ ਤਰ੍ਹਾਂ ਹੀ ਇਹ ਤਕਨੀਕਾਂ ਜਿਹੜੀਆਂ ਨੇ, ਕੋਈ ਦਾਅਵਾ ਨਹੀਂ ਕਰਦਾ। ਜਿਵੇਂ ਆਪਾਂ IPTV ਬਾਕਸ ਦੀ ਸਰਵਿਸ ਦਿੰਦੇ ਹਾਂ, ਅਸੀਂ ਕਦੇ ਵੀ ਦਾਅਵਾ ਨਹੀਂ ਕਰਦੇ ਕਿ ਡਾਊਨ ਨਹੀਂ ਜਾਣਗੇ। ਕਿਤਾ ਨਹੀਂ, ਕੋਈ ਪਤਾ ਨਹੀਂ ਕਦੋਂ ਡਾਊਨ ਚੱਲ ਜਾਣਗੇ। ਬੋਲਦਿਆਂ ਵੀ ਡਾਊਨ ਜਾ ਸਕਦੇ ਨੇ। ਗਰੰਟੀ ਕੋਈ ਨਹੀਂ ਕਰ ਸਕਦਾ। ਜਿਹੜਾ ਗਰੰਟੀ ਕਰਦਾ ਸਿਰੇ ਦਾ ਝੂਠਾ, ਕਿ ਕਦੇ ਬੰਦ ਨਹੀਂ ਹੋਣਗੇ, ਕਦੇ ਵੀ ਬੰਦ ਹੋ ਸਕਦੇ। ਬੰਦੇ ਦਾ ਕੋਈ ਪਤਾ ਨਹੀਂ ਗਾ, ਬਾਕੀ ਦੇ ਗੱਲਾਂ ਸਭ ਠੀਕ ਹੈ। ਆਓ 1984 ਦੇ ਦਰਬਾਰ ਸਾਹਿਬ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਜਦਾ ਕਰਦੇ ਹੋਏ ਆਪਾਂ ਅਗਾਂਹ ਵਧਦੇ ਹਾਂ। ਰੰਗਲਾ ਪੰਜਾਬ ਦੀ ਅੱਜ ਦੀ ਇਸ ਮਹਿਫਲ ਦੇ ਵਿੱਚ ਤੁਸੀਂ ਉੱਥੇ ਹੋ ਅੱਜ ਦੇ ਦਿਨ ਦੇ ਉੱਤੇ, ਕਿਉਂਕਿ ਕਾਫੀ ਵੱਡਾ ਇਹ ਅੱਜ ਦਾ ਘੱਲੂਘਾਰਾ ਦਿਨ ਹੈ। 4 ਤਰੀਕ ਹੈ। ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਅੱਜ ਦੇ ਦਿਨ ਜਿਹੜੇ ਸੀ ਟੈਂਕ ਲਗਭਗ ਤਿਆਰੀ ਚ ਅੰਦਰ ਐਂਟਰ ਕਰ ਗਏ ਸੀਗੇ। ਟੈਂਕ ਜਿਹੜੇ ਐਂਟਰ ਕਰਨ ਦੇ ਉੱਤੇ ਇੱਕ ਮੇਹਰ ਸਿੰਘ ਨਾਂ ਦਾ ਵਿਅਕਤੀ ਸੀਗਾ, ਜਿਹਦੀਆਂ 2 ਬੇਟੀਆਂ ਸਤਨਾਮ ਕੌਰ ਤੇ ਵਾਹਿਗੁਰੂ ਕੌਰ ਤੇ ਨਾਲ ਉਹਨਾਂ ਦੀ ਪਤਨੀ ਸੀ। ਬੇਸਿਕਲੀ ਇਹ ਸੰਤ ਭਿੰਡਰਾਂ ਵਾਲਿਆਂ ਤੋਂ ਪ੍ਰਭਾਵਿਤ ਹੋ ਕੇ ਬ੍ਰਾਹਮਣ ਪਰਿਵਾਰ ਚੋਂ ਸਿੱਖ ਗਏ ਸੀ। ਮੇਹਰ ਸਿੰਘ, ਹਾਂ। ਜੋ ਮੇਹਰ ਸਿੰਘ ਦੇ ਇਹ ਸਿੱਖ ਸੱਜਿਆ ਸੀਗਾ ਤੇ ਉਸ ਟਾਈਮ ਦੇ ਉੱਤੇ ਜਦੋਂ ਟੈਂਕ ਐਂਟਰ ਕੀਤੇ ਆ ਤੇ ਪਹਿਲਾ ਟੈਂਕ ਐਂਟਰ ਕੀਤਾ ਤੇ ਉਹਦੇ ਬਾਰੇ ਜੋ ਵੇਰਵੇ ਮਿਲੇ ਆਪਾਂ ਉਹ ਸਾਂਝੇ ਕਰਾਂਗੇ। ਅਖਬਾਰਾਂ ਤੋਂ ਮਿਲੇ ਆ, ਕੁਛ ਹੋਰ ਜਗ੍ਹਾ ਤੋਂ ਮਿਲੇ ਨਹੀਂ। ਤੇ ਮੇਹਰ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਇਆ ਫਤਿਹ ਬੁਲਾਈ ਤੇ ਫਤਿਹ ਬੁਲਾ ਕੇ ਆਪਣੇ ਨਾਲ ਬੰਬ ਵੱਧਾ ਤੇ ਟੈਂਕ ਦੇ ਉੱਤੇ ਛਾਲ ਲਾ ਦਿੱਤੀ। ਮੇਹਰ ਸਿੰਘ ਤੇ ਫਿੱਟੀ ਹੋਣਾ ਸੀ, ਨਾਲ ਟੈਂਕ ਦਾ ਵੀ ਨੁਕਸਾਨ ਹੋਇਆ। ਟੈਂਕ ਉੱਥੇ ਖੜ ਗਿਆ। ਮੁੜ ਕੇ ਇੱਕ ਟੈਂਕ ਹੋਰ ਜਦੋਂ ਅੰਦਰ ਭੇਜਿਆ ਤੇ ਜਿਹੜੀ ਉਹਨਾਂ ਦੀ ਬੇਟੀ ਸਤਨਾਮ ਕੌਰ ਸੀ, ਉਹਨੇ ਆਪਣੇ ਨਾਲ ਬੰਬ ਵੱਧਿਆ ਤੇ ਉਹਨੇ ਵੀ ਉੱਤੇ ਛਾਲ ਮਾਰੀ। ਤੀਸਰੇ ਟੈਂਕ ਦੇ ਉੱਤੇ ਉਹਨਾਂ ਦੀ ਜਿਹੜੀ ਦੂਸਰੀ ਬੇਟੀ ਸੀ ਵਾਹਿਗੁਰੂ, ਉਹਨੇ ਛਾਲ ਮਾਰੀ ਤੇ ਆਖਰੀ ਟੈਂਕ ਜਿਹੜਾ ਸੀ ਚੌਥਾ, ਉਹਦੇ ਤੇ ਉਹਨਾਂ ਦੀ ਪਤਨੀ ਨੇ ਉਸੇ ਤਰ੍ਹਾਂ ਛਾਲ ਮਾਰੀ। ਤੇ ਏਦਾਂ ਇਹ ਪਰਿਵਾਰ ਜਿਹੜਾ ਬ੍ਰਾਹਮਣ ਤੋਂ ਸਿੱਖ ਸੱਜਿਆ ਸੀ, ਧਰਮ ਦੀ ਲੜਾਈ ਲੜਦਾ ਹੋਇਆ ਸ਼ਹਾਦਤ ਦਾ ਜੰਮ ਪੀ ਗਿਆ। ਤੇ 84 ਤੋਂ ਪਹਿਲਾਂ ਤੁਹਾਨੂੰ ਪਤਾ ਹੋ ਗਿਆ ਚਾਵਲਾ ਸਾਹਿਬ, ਪੰਜਾਬ ਦੇ ਵਿੱਚ ਆਮ ਰਿਵਾਜ ਸੀਗਾ, ਬਹੁਤ ਸਾਰੇ ਹਿੰਦੂ ਪਰਿਵਾਰ ਆਪਣਾ ਪਹਿਲਾ ਜਿਹੜਾ ਬੱਚਾ ਸੀ ਉਹਨੂੰ ਸਿੱਖ ਸਜਾਉਂਦੇ ਸੀ, ਜਿਹਦੇ ਵਿੱਚ ਅੱਜ ਵੀ ਉਹ ਚਾਵਲੇ ਸ਼ਰਮੇ ਵੀ ਮਿਲਦੇ ਨੇ। ਕਈ ਹੋਰ ਪ੍ਰਕਾਰ ਦੇ ਜਿਹੜੇ ਹੈਗੇ ਨੇ ਗੁਪਤ ਵੀ ਮਿਲਦੇ ਨੇ, ਬੜੇ ਮਿਲਦੇ ਨੇ, ਜਿਹੜੇ ਆਪਣੇ ਨਾਲ ਆਪਣੀ ਜਾਤ ਨੂੰ ਉਹੀ ਰੱਖੀ ਆ, ਜਿਹੜੀ ਗੋਤ ਰੱਖੀ ਆ, ਲੇਕਿਨ ਸਿੰਘ ਸੱਜ ਗਏ। ਉਹਨਾਂ ਦੇ ਗਾਂ ਬੱਚੇ ਸਿੰਘ ਸੱਜੇ, ਉਹਨਾਂ ਆਪਣੇ ਨੂੰ ਖਾਲਸਾ ਖੋਣਾ ਸ਼ੁਰੂ ਕਰ ਦਿੱਤਾ। ਲੇਕਿਨ 84 ਤੋਂ ਬਾਅਦ ਇਸ ਪਰੰਪਰਾ ਕਾਫੀ ਹੱਦ ਤੱਕ ਜਿਹੜੀ ਖੜੋਤ ਆਈ। ਲੇਕਿਨ ਹੁਣ ਜੋ ਅਵੇਅਰਨੈਸ ਆ ਰਹੀ ਹੈ, ਹੁਣ ਫਿਰ ਇਸ ਪਾਸੇ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਲੇਕਿਨ 4 ਤਰੀਕ ਨੂੰ ਟੈਂਕਾਂ ਨੂੰ ਜਦੋਂ ਇੱਕ ਟੈਂਕ ਉਡਾਏ ਗਏ ਤੇ ਉਦੋਂ ਹੈਰਾਨ ਸੀ। ਜਨਰਲ ਬਰਾੜ ਬੜੇ ਟੇਬਲ ਦੇ ਉੱਤੇ ਜ਼ੋਰ ਦੀ ਮੁੱਕੀਆਂ ਮਾਰ ਰਹੇ ਸੀ। ਹੋ ਕੀ ਰਿਹਾ? ਆਪਣੇ ਵਾਲ ਖੋ ਰਹੇ ਸੀ ਕਿ ਜਿਹੜੀ ਸਾਡੀ ਆਪਣੀ ਵੀਸੀ ਸੀ ਤੇ ਇਹ ਕਿਹਾ ਸੀ ਵੀ ਤੁਹਾਨੂੰ 2 ਘੰਟੇ 'ਚ ਬੰਦੇ ਫੜ ਕੇ ਬਾਹਰ ਹਵਾਈ ਜਹਾਜ਼ ਦਿੱਲੀ ਪਹੁੰਚਾ ਦਿਆਂਗੇ ਤੇ ਜਿਹੜੀ ਸਵੇਰ ਦੀ 10 ਉੱਤੇ ਦਾ ਰੈਗੂਲਰ ਹੋਏਗੀ, ਕੋਈ ਫਰਕ ਨਹੀਂ ਪਏਗਾ। ਲੇਕਿਨ ਇੱਥੇ ਤੇ ਬੜਾ ਕੁਝ ਫਰਕ ਪੈ ਚੁੱਕਾ ਸੀ। ਹੁਣ ਲੜਾਈ ਜਿਹੜੀ ਅੱਜ ਤੋਂ ਜਿਹੜੀ 4 ਤੋਂ ਸੀ ਉਹ ਪੂਰੀ ਆਰੰਭ ਹੋਈ। 5 ਤਰੀਕ ਨੂੰ ਗਿਆਨੀ ਭਗਵਾਨ ਸੋਰੀ ਕਹਿੰਦੇ ਕਿ ਸਵੇਰੇ ਅਸੀਂ ਪ੍ਰਕਾਸ਼ ਕਰਕੇ ਆਏ, ਮੁੜ ਕੇ ਸਾਨੂੰ ਨਹੀਂ ਜਾਣ ਦਿੱਤਾ। ਤੇ 5 ਤਰੀਕ ਰਾਤ ਨੂੰ ਜਿਹੜਾ ਅਕਾਲ ਤਖਤ ਨੂੰ ਢਾਇਆ ਗਿਆ ਸੀ। ਤੇ ਅੱਜ ਜਿਹੜੀ ਲੜਾਈ ਸੀ ਉਹਦਾ ਟੈਸਟਿੰਗ ਕੀਤੀ 4 ਸਵੇਰੇ। ਜਿਵੇਂ ਕੱਲ ਤੁਹਾਨੂੰ ਪਤਾ ਹੋ DIG ਗੁਰਦਿਆਲ ਸਿੰਘ ਨੂੰ ਕਿਹਾ ਸੀ ਵੀ ਤੂੰ ਪੰਦੇਰ ਨੂੰ ਕਿਹਾ ਸੀ ਵੀ ਗੋਲੀ ਚਲਾ, ਉਹ ਕਹਿੰਦਾ ਬਿਲਕੁਲ ਨਹੀਂ, ਮੈਂ ਉੱਚੀਆਂ ਮਾਰਤਾਂ ਨੇ ਤੁਹਾਡੇ ਗੱਡੇ ਗੋਲੀ ਚਲਾਊਂਗਾ, ਲਿਖਤੀ ਦੇ ਦਿਓ ਮੈਨੂੰ।
ਉਹ ਕਹਿੰਦਾ ਮੈਂ ਆਰਡਰ ਕਰਤਾ ਬਰਾੜ ਸਿੰਘ ਤੂੰ ਕਿਉਂ ਕਿਵੇਂ ਕਿ ਲਿਖਤੀ ਦੇ ਮੈਂ ਉਹ ਕਹਿੰਦਾ ਭਾਈ ਜਦੋਂ ਸਾਡੀ ਟ੍ਰੇਨਿੰਗ ਹੁੰਦੀ ਉਹ ਸਾਨੂੰ 8 ਚੀਜ਼ਾਂ ਸਿਖਾਈਆਂ ਜਾਂਦੀਆਂ। ਪਹਿਲੀ ਗੱਲ ਅੱਗੇ ਗਿਣਤੀ ਕਿੰਨੀ ਹੈ, ਗੋਲੀ ਕਿਹੜੇ ਪਾਸੇ ਚਲਾ ਰਹੇ ਹੋ, ਤੁਹਾਡੇ ਕੋਲ ਜਵਾਨ ਕਿੰਨੇ ਆ, ਕਿੰਨਾ ਤੁਹਾਡਾ ਨੁਕਸਾਨ ਹੋ ਸਕਦਾ ਵਾ, ਅਗਲਿਆਂ ਕੋਲ ਹਥਿਆਰ ਕਿੱਦੇ ਆ। ਇਸ ਤਰ੍ਹਾਂ 8 ਗੱਲਾਂ ਗਣਾਈਆਂ ਉਹਨੇ ਵੀ ਇਹ ਚੀਜ਼ਾਂ ਜਿਹੜੀਆਂ ਹੋਣਗੀਆਂ ਪੂਰੀਆਂ ਤੇ ਫਿਰ ਤੇ ਲਿਖਤੀ ਆਰਡਰ ਤੋਂ ਬਗੈਰ ਲਿਖਿਆ ਜਾਂਦਾ ਵੀ ਲਿਖਤੀ ਆਰਡਰ ਤੋਂ ਬਗੈਰ ਤੁਸੀਂ ਗੋਲੀ ਨਹੀਂ ਚਲਾਉਣੀ। ਤੇ ਜੇ ਲਿਖਤੀ ਆਰਡਰ ਤੇ ਸੁਮੇਧ ਸਿੰਘ ਸੈਣੀ ਉਹ ਦਿੱਤੇ ਹੁੰਦੇ ਜੇ ਲੈ ਹੁੰਦੇ ਅੱਜ ਆਪੇ ਫੜੇ ਜਾਂਦੇ। ਜਿਨ੍ਹਾਂ ਨੇ ਨਹੀਂ ਉਦੋਂ ਲੈ ਤੇ ਉਹ ਹੁਣ ਤਰੀਕਾ ਪਸੰਦ ਹੈ। ਬਿਲਕੁਲ ਬਿਲਕੁਲ ਬਿਲਕੁਲ। ਵੇਖੋ ਗੱਲ ਆ ਨਾ ਜੀ ਉਦੋਂ ਹੁਣ ਤੁਸੀਂ ਉਸ ਸਰਦਾਰ ਦੀ ਗੱਲ ਕੀਤੀ, ਮੈਂ ਮਗਰ ਸਰਦਾਰ ਲਾਉਣਾ, ਉਹਨੇ ਸਰਦਾਰੀ ਕਾਇਮ ਰੱਖੀ ਆਪਣੀ। ਹਾਂਜੀ, ਸਰਦਾਰੀ ਕਾਇਮ ਰੱਖਣ ਵਾਲਿਆਂ ਦੇ ਵਿੱਚ ਹੋਰ ਵੀ ਬੜੇ ਨਾਂ ਨੇ। ਜ਼ਰੂਰੀ ਨਹੀਂ ਗਾ ਕਿ ਦਸਤਾਰ ਸਜਾ ਕੇ ਤੇ ਮਗਰ ਬਰਾੜ ਲੱਗਾ ਹੋਵੇ ਤੇ ਸਰਦਾਰਾਂ ਦਾ ਪੁੱਤ ਬਣ ਜਾਂਦਾ। ਇੱਕ ਬਰਾੜ ਅੰਦਰ ਵੀ ਸੀ, ਇੱਕ ਬਰਾੜ ਬਾਹਰ ਸੀ। ਇੱਕ ਬਰਾੜ ਬਾਹਰ ਸੀ। ਹਾਂਜੀ, ਜਿਵੇਂ ਤੁਸੀਂ ਦੱਸਿਆ ਗੱਲ ਕੀਤੀ ਹੈ ਕਿ 84 ਤੋਂ ਪਹਿਲਾਂ ਹਿੰਦੂ ਪਰਿਵਾਰ ਦੇ ਵਿੱਚੋਂ ਇੱਕ ਬੱਚੇ ਨੂੰ ਸਿੱਖ ਬਣਾਇਆ ਜਾਂਦਾ ਸੀ, ਜਿਹਦੇ ਵਿੱਚ ਤੁਸੀਂ ਚਾਵਲਿਆਂ ਦੀ ਗੱਲ ਕੀਤੀ ਹੈ, ਤੁਸੀਂ ਸ਼ਰਮਿਆਂ ਦੀ ਗੱਲ ਕੀਤੀ ਹੈ, ਤੁਸੀਂ ਮਤਲਬ ਚੋਪੜਿਆਂ ਦੀ ਗੱਲ ਕੀਤੀ ਹੈ, ਤੁਸੀਂ ਉਹਦੇ ਵਿੱਚ ਕੁਮਾਰ ਦੀ ਕਈ ਕੁਮਾਰ ਵੀ ਹੁੰਦੇ ਨੇ, ਉਹਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਮਾਸ਼ਿਆਂ ਦੀ ਗੱਲ ਕੀਤੀ ਹੈ। ਕਿੱਥੇ ਮਰਜ਼ੀ ਲੈ ਲਓ ਸਰਦਾਰ ਮਿਲਦੇ ਨੇ ਜੀ। ਹਾਂਜੀ, ਅਰੋੜਿਆਂ ਦੇ ਵਿੱਚ ਬਹੁਤ ਜ਼ਿਆਦਾ ਇਹ ਚਲਚਰਿੱਤਰ ਹੈਗਾ, ਅਰੋੜਾ ਭਾਈਚਾਰੇ ਦੇ ਵਿੱਚ, ਖੱਤਰੀ ਭਾਈਚਾਰੇ ਦੇ ਵਿੱਚ। ਹਾਂਜੀ, ਚਾਵਲਾ ਸਾਹਿਬ ਜੰਮੂ ਕਸ਼ਮੀਰ ਚ 220 ਪਿੰਡ ਨੇ ਸਿੱਖਾਂ ਦੇ, ਭਾਵੇਂ ਛੋਟੇ ਆ ਤੇ ਭਾਵੇਂ ਵੱਡੇ ਆ। ਇਹ ਨਹੀਂ ਗੱਲ ਕੱਲੇ ਸਿੱਖਾਂ ਦੇ, ਉੱਥੇ ਹੋਰ ਕਮਿਊਨਿਟੀ ਸਿੱਖ ਜ਼ਿਆਦਾ ਗਿਣਤੀ ਚ ਉੱਥੇ। ਜਦੋਂ ਕਿਰਪਾ ਰਾਮ ਆਇਆ ਤੇ ਮਿਲ ਕੇ ਕਿਰਪਾਲ ਸਿੰਘ ਬਣਿਆ, ਉਦੋਂ ਬਾਅਦ ਜਿਹੜੇ ਹਿੰਦੂ ਸੀ ਉੱਥੋਂ ਦੇ ਸਿੱਖ ਸੱਜੇ ਅੱਜ ਦੀ ਡੇਟ ਦੇ ਵਿੱਚ ਵੀ, ਜਦੋਂ ਮੈਂ 1999 ਚ ਗਿਆ ਸੀ ਉਦੋਂ ਮੈਨੂੰ ਵਿਖਾਇਆ ਸੀ ਉਹਨਾਂ ਬਕਾਇਦਾ ਤੌਰ ਤੇ, ਕਹਿੰਦੇ ਜੀ ਅੱਜ ਦੀ ਡੇਟ ਦੇ ਵਿੱਚ ਵੀ ਸਾਡੇ ਨਾਲ ਖਾਲਸਾਨੀ ਬ੍ਰਾਹਮਣ ਲਿਖਿਆ ਜਾਂਦਾ, ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ ਬ੍ਰਾਹਮਣ ਹੈ। ਤਾਂ ਵੀ ਬੇਸਿਕਲੀ ਬ੍ਰਾਹਮਣ ਤੋਂ ਸਿੰਘ ਸੱਜੇ ਹੈ ਨਾ, ਇੱਕ ਕੁਰਬਾਨੀ ਵਾਲੇ ਸਿੰਘ ਬਣੇ ਗੁਰੂ ਦਾ ਅੰਮ੍ਰਿਤ ਛਕ ਕੇ। ਸੋ ਇਹਦੇ ਵਿੱਚ ਤੁਸੀਂ ਜਦੋਂ ਸਭ ਤੋਂ ਪਹਿਲਾਂ ਬਰਾੜਾਂ ਦਾ ਨਾਂ ਚਮਕਾਉਣ ਵਾਲਾ ਵੀ ਇੱਕ ਹੈ ਤੇ ਬਰਾੜਾਂ ਦਾ ਨਾਂ ਬਦਨਾਮ ਕਰਨ ਵਾਲਾ ਵੀ ਇੱਕ ਆ। ਜੀ ਜੀ ਜੀ, ਕਲੰਕ ਖੱਟਣ ਵਾਲਾ ਵੀ ਹੈ ਤੇ ਸ਼ਹੀਦੀ ਦਾ ਜਾਮ ਪੀਣ ਵਾਲਾ ਵੀ ਹੈ ਯੋਧਾ। ਗੱਲ ਉਹਦੀ ਵੀ ਕਰੀਏ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਜਨਰਲ ਸਵਰਗੀ ਆਪਾਂ ਕਹਿ ਸਕਦੇ ਹਾਂ। ਹਾਂਜੀ, ਸ੍ਰੀ ਨਿਵਾਸ ਕੁਮਾਰ ਸਿਨਹਾ, ਜਿਨ੍ਹਾਂ ਨੇ ਉਸ ਵਕਤ ਸਮੇਂ ਦੀ ਹਾਕਮ ਨੂੰ ਨਾ ਕਰ ਦਿੱਤੀ ਸੀ ਤੇ ਨਸੀਹਤਾਂ ਵੀ ਦਿੱਤੀਆਂ ਸੀ। ਹਾਂਜੀ, ਸਿਨਹਾ ਸਾਹਿਬ ਦਾ ਵੀ ਜ਼ਿਕਰ ਕਰਨਾ ਬਣਦਾ, ਉਹ ਵੀ ਤਾਂ ਮੁਖੀ ਰਹੇ ਨੇ। ਸਿਨਹਾ ਸਾਹਿਬ ਜੀ ਦੀ ਗੱਲ ਸੀ, ਉਹਨਾਂ ਤੇ ਇੰਦਰਾ ਗਾਂਧੀ ਨੂੰ ਕਿਹਾ ਸੀ ਵੀ ਤੁਸੀਂ ਬਿਲਕੁਲ ਅਟੈਕ ਦਰਬਾਰ ਸਾਹਿਬ ਤੇ ਨਾ ਕਰਿਓ ਜੇ ਸਿੱਟੇ ਬਾੜੇ ਮਾੜੇ ਨਿਕਲਣ। ਉਹਨੇ ਕਿਹਾ ਵੀ ਤੈਨੂੰ ਕਮਾਂਡ ਸੰਭਾਲਣੀ, ਕਹਿੰਦਾ ਬਿਲਕੁਲ ਨਹੀਂ, ਮੈਂ ਕਮਾਂਡ ਨਹੀਂ ਸੰਭਾਲੂਗਾ। ਉਹਨਾਂ ਨੇ ਉਹਦੇ ਯੂਧਿਆਂ ਨੂੰ ਫਿਰ ਜਨਰਲ ਬਣਾਇਆ ਤੇ ਉਹ ਅਸਤੀਫਾ ਦੇ ਕੇ ਕਹਿੰਦਾ ਮੈਂ ਤੇਰੇ ਅਧਿਕਾਰੀ ਆਰਮੀ ਚ ਰਹਿਣਾ ਹੀ। ਵੀ ਤੁਹਾਨੂੰ ਮੈਂ ਸਹੀ ਰਾਏ ਦੇ ਰਿਹਾ, ਇਹਦੇ ਹੋਰ ਤਰੀਕੇ ਦੱਸਿਓ, ਨਹੀਂ ਵੀ ਜੇ ਤੁਸੀਂ ਕੋਈ ਕਾਰਵਾਈ ਕਰਨੀ ਚਾਹੀਦੀ ਹੋਰ ਤਰੀਕੇ ਬੜੇ ਹੈਗੇ, ਉਹ ਮੈਨੂੰ ਤੁਸੀਂ ਸੌਂਪ ਦਿਓ, ਮੈਂ ਆਪੇ ਤੁਹਾਨੂੰ ਦਿਓ, ਫੜ ਕੇ ਬੰਦਾ ਫੜ ਕੇ ਦਿਓ। ਉਹਨੇ ਆਪਣੇ ਤਰੀਕੇ ਨਾਲ ਕੰਮ ਕਰਨਾ ਸੀਗਾ, ਇਹਨਾਂ ਸਿੱਧਾ ਕੀਤਾ ਵੀ ਜੋ ਅਸੀਂ ਕਹਿੰਦੇ ਹਾਂ। ਇਹਨਾਂ ਪੋਲੀਟੀਕਲ ਲੜਾਈ ਲੜੀ, ਜੇ ਕਿਤੇ ਉਹ ਸਹੀ ਤਰੀਕੇ ਨਾਲ, ਜਿਵੇਂ ਸ਼ਾਂਤੀ ਸੈਨਾ ਅਸੀਂ ਭੇਜੀ ਸੀ ਜੰਮੂ ਉਹਦੇ ਚ ਸ਼੍ਰੀਲੰਕਾ ਦੇ ਵਿੱਚ, ਤੇ ਸ਼ਾਂਤੀ ਸੈਨਾ ਦਾ ਸ਼ਾਂਤੀ ਦਾ ਕੰਮ ਕਰਦੇ ਤੇ ਇਹਦੇ ਸਿੱਟੇ ਕੁਝ ਹੋਰ ਨਿਕਲ ਪੋਸੀਬਿਲਿਟੀ ਸੀ ਵੀ ਉਹਦੇ ਵਿੱਚੋਂ ਕੋਈ ਸਮਝੌਤੇ ਦਾ ਰਸਤਾ ਵੀ ਨਿਕਲ ਸਕਦਾ ਸੀ। ਲੇਕਿਨ ਜਦੋਂ ਉਹਨੇ ਕਹਿਤਾ ਵੀ ਨਹੀਂ, ਉਹਨੇ ਕਿਹਾ ਵੀ ਤੂੰ ਤੇ ਗਦਾਰ ਆ, ਚੱਲ ਵੀ ਪਾਸੇ ਤੇ ਜਬਰਾਤ ਨੇ ਇਹਦੇ ਵਿੱਚ ਵੈਦਿਆਂ ਨੂੰ ਬਣਾਇਆ ਗਿਆ, ਅਸਤੀਫਾ ਦੇ ਕੇ ਚਲਾ ਗਿਆ ਚੁੱਪ ਕਰਕੇ। ਬਿਲਕੁਲ, ਚਲੋ ਉਹ ਨਾਂ ਤਾਂ ਆਪਣਾ ਸੁਨਹਿਰੀ ਅੱਖਰਾਂ ਚ ਲਿਖਾ ਗਿਆ ਨਾ, ਕਲੰਕਿਤ ਨਹੀਂ ਕਰਕੇ ਗਿਆ ਨਾ। ਬਿਲਕੁਲ ਜੀ, ਬਿਲਕੁਲ। ਤੇ ਅੱਜ ਸਰਦਾਰ ਗੁਰਦਿਆਲ ਸਿੰਘ ਪੰਧੇਰ ਅਤੇ ਇੰਟੈਲੀਜੈਂਸ ਬਿਊਰੋ ਅੰਮ੍ਰਿਤਸਰ ਦੇ ਜੁਆਇੰਟ ਡਾਇਰੈਕਟਰ ਸਰਦਾਰ MPS ਜਿਹੜੇ ਨੇ, ਉਹ ਔਲਖ ਜੀ ਦਾ, ਉਹਦਾ ਵੀ ਮਤਲਬ ਜ਼ਿਕਰ ਕਰਨਾ ਬਣਦਾ ਹੈ। ਹਾਂਜੀ, ਹੁਕਮ ਨੂੰ ਮੰਨਣ ਤੋਂ ਇਨਕਾਰ ਕੀਤਾ। ਕੁਝ ਨਾਂ ਬਣਾਉਣ ਵਾਲੇ ਵੀ ਨੇ, ਨਾਂ ਡੋਬਣ ਵਾਲੇ ਵੀ ਨੇ। ਚਲੋ ਇਹ ਤਾਂ ਬਈ ਆਪੋ ਆਪਣਾ ਨਜ਼ਰੀਆ ਸੋਚਣ ਦਾ, ਕੋਈ ਕਿਸੇ ਤਰੀਕੇ ਦਾ ਸੋਚਦਾ, ਕਿਸੇ ਤਰੀਕੇ ਨਾਲ। ਅੱਜ ਤੋਂ 5 ਸਾਲ ਪਹਿਲਾਂ ਜੀ 5-6 ਸਾਲ ਜਨਰਲ ਡਿਆਲ ਸੀ ਨਾ, ਪੰਚਕੂਲਾ ਤੇ ਇੱਕ ਗੁਰਦੁਆਰੇ ਦੇ ਉੱਤੇ ਕਿਹਾ ਸੀ ਅਸੀਂ ਅਰਦਾਸ ਕਰਨੀ ਹੈ, ਕੀਰਤਨ ਕਰਾਉਣਾ, ਤੇ ਗੁਰਦੁਆਰੇ ਕਮੇਟੀ ਨੇ ਨਾ ਕਰਤੀ ਸੀ ਕਿ ਇਹ ਸਿੱਖ ਕੌਮ ਦਾ ਗਦਾ, ਇਹਦਾ ਨਹੀਂ ਹੋ ਸਕਦਾ।
ਕਈਆਂ ਨੇ ਕਿਹਾ ਸੀਗਾ ਕਿ ਨਹੀਂ ਪਾਠ ਹੀ ਕਰਨਾ ਚਾਹੀਦਾ, ਕਰ ਲੈਂਦੇ ਕੋਈ ਗੱਲ ਨਹੀਂ, ਲੇਕਿਨ ਬਹੁਤਿਆਂ ਨੇ ਵਿਰੋਧ ਕੀਤਾ ਨਹੀਂ ਹੋਇਆ। ਇੰਗਲੈਂਡ ਦੇ ਵਿੱਚ ਇੱਕ ਵਾਰੀ ਇਹੋ ਹੀ ਜਿਹੜੇ ਇੰਦਰਾ ਦੇ ਭਗਤ ਸੀ ਉਹਨਾਂ ਕਿਹਾ ਜੀ ਅਸੀਂ ਇੰਦਰਾ ਗਾਂਧੀ ਦਾ ਜਿਹੜਾ ਵਾ ਇੱਥੇ ਜਨਮ ਦਿਨ ਮਨਾਉਣਾ ਚਾਹੁੰਦੇ ਹਾਂ, ਅਰਦਾਸ ਕਰਨਾ ਚਾਹੁੰਦੇ ਹਾਂ। ਉਹ ਭਾਈ ਕਹਿੰਦਾ ਬਿਲਕੁਲ ਕਰੋ, ਆਓ ਜੀ ਐਮ, ਅਸੀਂ ਰੋਕ ਨਹੀਂ ਸਕਦੇ, ਲੇਕਿਨ ਅਰਦਾਸ ਮੈਂ ਆਪਣੇ ਹਿਸਾਬ ਨਾਲ ਕਰੂੰਗਾ, ਮੈਂ ਅਰਦਾਸ ਕੀ ਕਰਨੀ ਮੈਂ ਦੱਸੂਗੀ ਕੀ ਕਰਨਾ। ਉਹ ਕਹਿੰਦੇ ਨਹੀਂ ਇੱਦਾਂ ਨਹੀਂ ਹੋ ਸਕਦਾ, ਕਹਿੰਦਾ ਮੈਂ ਫਿਰ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਇਹੋ ਜਿਹੇ ਬੰਦੇ ਵੀ ਹੈਗੇ ਕਿ ਤੁਸੀਂ ਆਪਣਾ ਕੰਮ ਕਰ ਲਓ, ਤੁਸੀਂ ਮਨਾਓ, ਸ਼ਹੀਦੀ ਦਿਨ ਮਨਾਓ, ਜਿੰਦਨ ਦੇ ਮਰਜ਼ੀ ਮਨਾਓ, ਤੁਸੀਂ ਉਹਦੀ ਜਾਂਚ ਖੰਡ ਪਾਠ ਕਰੋ, ਤੁਸੀਂ ਕੋਈ ਗੱਲ ਨਹੀਂ, ਲੇਕਿਨ ਜਿਹੜੀ ਅਰਦਾਸ ਮੇਰੇ ਹੱਥੋਂ ਮੈਂ ਆਪਣੇ ਹਿਸਾਬ ਨਾਲ ਕਰੂੰਗੀ ਜੀ, ਉਹਨੂੰ ਮੈਂ ਦੁਸਤ ਕਹਾਂ ਜੋ ਮਰਜ਼ੀ ਕਹਾਂ, ਉਹ ਮੇਰਾ ਜਿਹੜਾ ਉਹ ਪ੍ਰੈਰੋਗੇਟਿਵ। ਆਪਾਂ ਹੁਣ ਕਾਂਗਰਸ ਦੀ ਜੇਕਰ ਗੱਲ ਨਾ ਕੀਤੀ ਇਸ ਵਕਤ ਜੋ ਘਮਸਾਨ ਬਣਿਆ ਹੋਇਆ, ਜਿਸ ਤਰੀਕੇ ਨਾਲ ਖਹਿਰਾ ਸਾਹਿਬ ਨੇ ਆਪਣੇ ਆਈ ਡੋਂਟ ਨੋ ਹੁਣ ਕੀ ਬਣਦਾ ਉਹਨਾਂ ਦੀ ਰਾਜਨੀਤੀ ਦੇ ਉੱਤੇ, ਲੋਕ ਕੋਈ ਲੱਡੂ ਵੀ ਬਣ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ, ਲੱਡੂ ਬਣ ਰਹੇ ਨੇ ਲੋਕ। ਹਾਂਜੀ ਜੀ ਬਹੁਤਾ ਨਾ ਬੋਲੀਏ ਕਿਉਂਕਿ ਜਿਨ੍ਹਾਂ ਨੇ ਲੱਡੂ ਬਣਨੇ ਨੇ ਸ਼ਾਇਦ ਉਹਨਾਂ ਨੂੰ ਪਤਾ ਕੋਈ ਨਹੀਂ, ਕਿਉਂਕਿ ਕਾਂਗਰਸ ਆ, ਕਾਂਗਰਸ ਨੂੰ ਤਾਂ ਕੋਈ ਲੈਣਾ ਦੇਣਾ ਹੀ ਕੋਈ ਨਹੀਂ ਨਾ ਹੈਗਾ ਦਰਬਾਰ ਸਾਹਿਬ ਦੇ ਅਟੈਕ ਦੇ, ਕਿਉਂਕਿ ਉਹਨਾਂ ਦੀ ਤੇ ਮਾਂ ਨੇ ਹੁਕਮ ਦਿੱਤਾ ਸੀਗਾ ਤੇ ਉਹ ਆਪਣੀ ਮਾਂ ਦੇ ਉੱਤੇ ਫੁੱਲਾਂ ਦੇ ਉੱਤੇ ਫਿਰ ਉਹ ਚਾੜਨਗੇ ਨਾ ਹੁਕਮਾਂ ਦੇ ਫੁੱਲ, ਫਿਰ ਲੱਡੂ ਵੰਡੇ ਗਏ ਨੇ। ਖਹਿਰਾ ਸਾਹਿਬ ਨੇ ਅੱਜ ਦਾ ਦਿਨ ਚੁਣਿਆ, ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਦੀ ਸਵੇਰੇ ਵੀ ਗੱਲ ਕੀਤੀ ਸੀ ਆਪਾਂ, ਉਹਨਾਂ ਦਾ ਜ਼ਿਕਰ ਕਰਨਾ ਬਣਦਾ, ਕਿੱਥੋਂ ਦੇ ਕਿੱਥੇ ਪਹੁੰਚੇ, ਕਿਵੇਂ ਉਹਦੇ ਲੈ, ਹਾਂਜੀ ਕੌਣ ਸਾਨੂੰ, ਕਿਸ ਤਰੀਕੇ ਦੇ ਸਨ, ਕੀ ਪੋਜੀਸ਼ਨ ਸੀ ਉਹਨਾਂ ਦੀ, ਕਿਵੇਂ ਉਹ ਅਹੁਦੇ ਤੋਂ ਸਸਪੈਂਡ ਹੋਏ, ਬੜੀ ਵੱਡੀ ਕਹਾਣੀ, ਸਾਰਾ ਕੁਝ ਆਪਾਂ ਤਾਂ ਜਾਣਦੇ ਹੋਏ ਵੀ ਚਲੋ ਘੱਟ ਬੋਲੀਏ ਤੇ ਚੰਗੀ ਗੱਲ। ਕਾਂਗਰਸ ਦੀ ਚੁੱਪ ਬਗਾਵਤ ਆਪਣੇ ਦੁਖੜੇ ਹਾਈ ਕਮਾਂਡ ਕੋਲ ਰੱਖੇ ਵਾਪਸ ਪਰਤੇ, ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਜਿਹੜੀ ਤੁਸੀਂ ਕੀਤੀ, ਕਾਂਗਰਸ ਨੇ ਜੀ ਦਰਬਾਰ ਸਾਹਿਬ ਤੋਂ ਥੋੜੇ ਗੱਜ ਦੂਰ, ਬਹੁਤੇ ਨਹੀਂ, ਥੋੜੇ ਗੱਜ ਦੂਰ, ਵੱਧ ਤੋਂ ਵੱਧ 500 ਜਾਂ 700 ਗੱਜ ਹੋਊਗਾ, ਜਿੱਥੇ ਹਾਲ ਬਾਜ਼ਾਰ ਚ ਕਾਂਗਰਸ ਦੇ ਦਫ਼ਤਰ ਦੇ ਵਿੱਚ ਹਰ ਸਾਲ ਇੰਦਰਾ ਗਾਂਧੀ ਦਾ ਜਨਮ ਦਿਨ ਧੂਮਧਾਮ ਮਨਾਇਆ ਜਾਂਦਾ ਤੇ ਸ਼ਹੀਦੀ ਦਿਵਸ ਮਨਾਇਆ ਜਾਂਦਾ। ਹਾਂਜੀ ਹਾਂ ਪਤਾ। ਸ਼ਹੀਦੀ ਦਿਵਸ ਤੇ ਸੰਤਾਂ ਨੂੰ ਗਾਲਾਂ ਵੀ ਕੱਢਣ ਵਾਲੇ ਹੈਗੇ ਨੇ ਉੱਥੇ, ਪਹਿਲਾਂ ਆਹ ਕਰਤਾ, ਜੇ ਕਰਤਾ, ਤੂੰ ਕਰਤਾ, ਜੋ ਵੀ ਠੀਕ ਹੈ, ਉਹਨਾਂ ਦਾ ਆਖਿਆ ਕਰੀ ਜਾਂਦੇ, ਮਰਜ਼ੀ ਕਰੀ ਜਾਂਦੇ, ਜਿਨ੍ਹਾਂ ਵਾਸਤੇ ਉਹ ਗਦਾਰ ਉਹਨਾਂ ਵਾਸਤੇ ਗਦਾਰ, ਜਿਨ੍ਹਾਂ ਵਾਸਤੇ ਸ਼ਹੀਦ ਉਹਨਾਂ ਵਾਸਤੇ ਸ਼ਹੀਦ। ਹੁਣ ਤੁਸੀਂ ਕਾਂਗਰਸ ਦੀ ਗੱਲ ਕੀਤੀ, ਚੁੱਪ ਬਗਾਵਤ, ਇਹ ਪਹਿਲੀ ਵਾਰੀ ਵੀ ਚੁੱਪ ਬਗਾਵਤ ਜਾਂਦੀ ਹੈ ਇਹਨਾਂ ਦੀ। ਜਿਹੜੇ ਬੋਲਣ ਵਾਲੇ ਬਹੁਤ ਘੱਟ ਨੇ, ਜਿਹੜੇ ਬਾਗੀ ਨੇ ਉਹ ਵੀ ਖਿਲਰੇ ਪੁਲਰੇ ਜੇ ਪਏ ਨੇ, ਉਹ ਵੀ ਇਕੱਠੇ ਨਹੀਂ ਹੋ ਸਕੇ ਇੱਕ ਮੰਚ ਤੇ, ਕਿਉਂਕਿ ਸਿੱਧੂ ਸਾਹਿਬ ਆਪਣੀ ਟਵਿੱਟਰ ਦੀ ਲੜੇ ਜਾ ਕੇ ਬੈਠੇ ਆ, ਇਕੱਲੇ ਹੀ ਰਹਿ ਗਏ ਨੇ, ਉਹਨਾਂ ਨਾਲ ਕੋਈ ਨਹੀਂ ਹੈਗਾ, ਬਾਕੀ ਤਾਂ 2-3 ਦਿਨ ਇਕੱਠੇ ਹੋਣਗੇ। ਲੇਕਿਨ ਅੱਜ ਵੀ ਜਿਹੜੇ ਉੱਥੇ ਬੁਲਾਏ ਗਏ ਨੇ, ਜਿਹੜੇ ਇੱਕ ਵਿਧਾਇਕ ਨੂੰ ਪੁੱਛਿਆ ਗਿਆ, ਉਹਨਾਂ ਦੇ ਵਿੱਚੋਂ ਇਹੀ ਗੱਲ ਦੱਸ ਕੇ ਆਏ ਨੇ ਜਿਹੜੇ ਅਸੀਂ ਵਾਅਦੇ ਕੀਤੇ ਸੀ ਨਹੀਂ ਪੂਰੇ ਕੀਤੇ। ਸਭ ਤੋਂ ਵੱਡਾ ਵਾਅਦਾ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦਾ ਕੀਤਾ ਸੀ, ਲੇਕਿਨ ਅੰਸ਼ਕ ਕੀਤੇ। ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਅੱਜ ਕੱਲ੍ਹ ਨੌਕਰੀ ਦਿਆਂਗੇ, ਕਿੱਥੇ ਨੌਕਰੀ ਹੈਗੀ ਸੀ? ਰੇਤ ਬਦੀ ਨੂੰ ਸਟ੍ਰੀਮਲਾਈਨ ਦੀ ਗੱਲ ਕੀਤੀ ਸੀ, ਕਿੱਥੇ ਕੀਤੀ ਹੈ? ਉਹਦੇ ਲੋਟੀ ਬਹੁਤ ਜਾਂਦੀ ਹੈ। ਸਰਕਾਰੀ ਟਰਾਂਸਪੋਰਟ ਨੂੰ ਜਿਹੜਾ ਸੀ ਉਹ ਉન્નਤ ਕਰਨ ਦੀ ਗੱਲ ਕੀਤੀ ਸੀ, ਕਿੱਥੇ ਨੇ? ਇੰਡਸਟਰੀ ਦਾ ਸੁਧਾਰ ਕਰਨ ਦੀ ਗੱਲ ਕੀਤੀ ਸੀ, ਕਿੱਥੇ? ਉਹ ਸਾਰੀਆਂ ਗੱਲਾਂ ਚੁੱਪ ਕੇ ਗਿਣਾ ਕੇ ਆ ਗਏ ਨੇ। ਸਾਨੂੰ ਉਹਨਾਂ ਹਾਈਕਮਾਂਡ ਨੇ ਇੱਕੋ ਗੱਲ ਕਹੀ ਆ ਕਿ ਸਾਨੂੰ ਤੁਸੀਂ ਦੱਸ ਦਿਓ ਅਸੀਂ ਕਰੀਏ ਕਿਹੜਾ ਮੂੰਹ ਲੈ ਕੇ ਲੋਕਾਂ ਕੋਲ ਜਾਈਏ। ਅਫਸਰਸ਼ਾਹੀ ਹੈਵੀ ਆ, ਅਫਸਰ ਸਾਡੇ ਕੋਈ ਗੱਲ ਨਹੀਂ ਸੁਣਦੇ। ਜੋ ਅਫਸਰਸ਼ਾਹੀ ਆਪਣੀ ਮਨਮਰਜ਼ੀ ਕਰਦੀ ਆ, ਅਸੀਂ ਜੋ ਕੰਮ ਕਹਿ ਵੀ ਦਈਏ ਉਹਨਾਂ ਨੂੰ, ਨਜਾਇਜ਼ ਤੋਂ ਛੱਡੋ ਜਾਇਜ਼ ਵੀ ਕਹਿ ਦਈਏ, ਤੇ ਸਾਡੇ ਆਖੇ ਨਹੀਂ ਹੁੰਦੇ। ਇਸ ਕਰਕੇ ਹਾਈ ਕਮਾਂਡ ਦੇ ਕੰਨ ਕਾਫੀ ਖੋਲੇ ਨੇ ਤੇ ਅੱਜ ਕੈਪਟਨ ਸਾਹਿਬ ਆਪਣਾ ਪੱਖ ਪੇਸ਼ ਕਰਨਗੇ। ਸਭ ਤੋਂ ਵੱਡੀ ਗੱਲ ਇਹੀ ਕਹਿਣਗੇ, ਵੇਖੋ ਜੀ ਤੁਸੀਂ ਮੇਰੇ ਬਾਰੇ ਜੋ ਮਰਜ਼ੀ ਸੋਚੋ, ਮੇਰੇ ਕੋਲ ਅੱਜ ਵੀ ਵੇਖੋ ਕਈ ਜਿਹੜੇ MLA ਹੈਗੇ ਦੂਸਰੀਆਂ ਪਾਰਟੀਆਂ ਦੇ, ਉਹ ਕਾਂਗਰਸ 'ਚ ਆ ਰਹੇ ਨੇ। ਮੇਰੇ ਥਰੂ ਆਏ ਨਾ 3, ਅਜੇ ਹੋਰ ਵੀ ਆ ਰਹੇ ਨੇ। ਉਮੀਦ ਆ ਵੀ ਜਿਹੜੇ ਪੁਰਾਣੇ ਕਾਂਗਰਸੀ ਬਾਹਰ ਗਏ ਸੀ ਉਹ ਵੀ 4 ਬਿੱਠੇ ਵਿੱਚ ਨੂੰ ਕਾਂਗਰਸ ਚੱਲਦੇ, ਹੋਰ ਕੋਈ ਥੱਪਣੀ ਕੋਈ ਦਾਲ ਗਲੀ ਨਹੀਂ ਕਿਤੇ ਇਸ ਵੇਲੇ। ਕੈਪਟਨ ਸਾਹਿਬ ਜਾ ਕੇ ਕੀ ਰੱਖਣਗੇ ਉੱਥੇ? ਕੀ ਕਹਿਣਗੇ ਕੀ ਕੀਤਾ ਸੀ? ਕਹਿਣਗੇ 86% ਵਾਅਦੇ ਪੂਰੇ ਕਰਦੇ ਅਸੀਂ। ਉਹ ਆਪਣੇ MLA ਕਹਿੰਦੇ ਸਾਨੂੰ ਬਣਾ ਦਿਓ ਜੀ, ਛੱਡ ਦਿਓ ਤੁਸੀਂ ਅੰਦਰ ਵੜ ਕੇ, ਸਾਨੂੰ ਬਣਾ ਦਿਓ ਕਿਹੜੇ ਪੂਰੇ ਕੀਤੇ ਆਪਾਂ, ਲੋਕਾਂ ਨੂੰ ਛੱਡ ਦਿਓ, ਚਾਹੇ ਆਪੇ ਜਾ ਕੇ ਦੱਸ ਦੇਂਗੇ ਅਸੀਂ। ਇਸ ਕਰਕੇ ਇਹ ਇੱਕ ਚੁੱਪ ਬਗਾਵਤ ਆ। ਇਹ ਬਗਾਵਤ ਜਿਹੜੀ ਆ ਕਿਤੇ ਜੇ ਕਿਤੇ ਵਿਰਾਟ ਰੂਪ ਧਾਰਨ ਕਰ ਗਈ, ਇਹਦੇ ਸਿੱਟੇ ਬੜੇ ਲੱਗਣਗੇ। ਕਾਂਗਰਸ ਦੀ ਬਹੁਤ ਮਾੜੀ, ਮਤਲਬ ਬੜੀ ਹਾਲਤ ਹੋਈ ਪੰਜਾਬ ਦੇ।
ਜੀ ਜੇ ਕਿਤੇ ਵਿਰਾਟ ਨੂੰ ਕਰਦਾ। ਜੀ ਲੋ ਆਪਾਂ ਇੱਕ ਕਾਲਰ ਨੇ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਚਾਵਲਾ ਜੀ ਤੇ ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਇੱਕ ਕਾਲਰ ਨੇ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਚਾਵਲਾ ਜੀ ਤੇ ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੇਰੇ ਦੋ ਸਵਾਲ ਨੇ, ਇੱਕ ਯੂਪੀ ਬਾਰੇ ਤੇ ਇੱਕ ਪੰਜਾਬ ਬਾਰੇ। ਜੀ ਜੀ ਜੀ। ਪੰਜਾਬ ਬਾਰੇ ਤੁਸੀਂ ਕਾਂਗਰਸ ਬਾਰੇ ਹੁਣੇ ਡਿਸਕਸ ਕਰਦੇ ਪਏ। ਜੀ ਜੀ ਰਾਵਤ ਦਾ ਬਿਆਨ ਆਇਆ ਯੂਨਾਈਟਿਡ ਫੇਸ ਨਾਲ ਲੜਨਗੇ। ਜੀ ਜੀ ਜੀ। ਤੁਸੀਂ ਸਿਰਫ ਇਹੀ ਦੱਸਣਾ ਵੀ ਯੂਨਾਈਟਿਡ ਫੇਸ ਜੇ ਲੜਦੇ ਨੇ ਤਾਂ, ਤੇ ਜੇ ਕੈਪਟਨ ਦੇ ਲੀਡਰਸ਼ਿਪ ਪਿੱਛੇ ਲੜਦੇ ਨੇ ਤਾਂ ਸੀਟਾਂ ਕਿਹਦੇ 'ਚ ਜ਼ਿਆਦਾ ਆਉਣਗੀਆਂ? ਪਹਿਲੀ ਗੱਲ ਤੇ ਇਹ ਰਾਵਤ ਸਾਹਿਬ ਦਾ ਜਿਹੜਾ ਸਮੇਂ ਤੋਂ ਪਹਿਲਾਂ ਦਾ ਬਿਆਨ, ਇਹ ਰਿਪੋਰਟ ਤੇ ਕੰਪਲੀਟ ਹੋ ਲੈਣ ਦੇ ਪਹਿਲਾਂ। ਅਜੇ ਤਾਂ ਕੁਝ ਮੰਤਰੀ ਵੀ ਤੇ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਵੀ ਪੇਸ਼ੀ ਹੋਣੀ ਹੈ, ਜੇ ਉਹਨਾਂ ਆਪਣੇ ਪੱਖ ਰੱਖਣੇ ਨੇ। ਰਾਵਤ ਸਾਹਿਬ ਦੀ ਆਪਣੀ ਕਹਾਣੀਆਂ, ਜੋ 5 ਵਾਰੀ MP ਬਣੇ ਨੇ, 1 ਵਾਰੀ ਬਣੇ ਨੇ ਮੁੱਖ ਮੰਤਰੀ ਬਣੇ, ਤੇ ਮੁੜ ਕੇ 2 ਸੀਟਾਂ ਤੋਂ ਲੜੇ ਨੇ, ਦੋਵੇਂ ਹਾਰ ਗਏ ਨੇ। ਉਹ ਜੋ ਮਰਜ਼ੀ ਕਹੀ ਜਾਣ ਜੀ, ਆਖਰਕਾਰ ਇਹਦਾ ਫੈਸਲਾ ਪੰਜਾਬ ਦੀ ਜਨਤਾ ਨੇ ਕਰਨਾ। ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਿਚੁਏਸ਼ਨ ਦੇ ਮੈਨੂੰ ਉਮੀਦ ਨਹੀਂ ਪਾਸੇ ਕਰਨਗੇ, ਲੇਕਿਨ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ 3 ਚਿਹਰੇ ਸਾਹਮਣੇ ਦਿਸਦੇ ਇਸ ਵੇਲੇ। ਇੱਕ ਨੇ ਜਾਖੜ ਸਾਹਿਬ ਸੁਨੀਲ ਜਾਖੜ, ਦੂਜਾ ਚਿਹਰਾ ਵਾ ਮਨਪ੍ਰੀਤ ਬਾਦਲ, ਤੀਜਾ ਚਿਹਰਾ ਵਾ ਸੁਖਵਿੰਦਰ ਸੁੱਖੀ। ਸੁਖਵਿੰਦਰ ਸੁੱਖੀ ਦੇ ਹੱਕ ਦੇ ਵਿੱਚ ਕੈਪਟਨ ਸਾਹਿਬ ਭੁਗਤਣ ਲਈ ਤਿਆਰ ਨਹੀਂ। ਜੇ ਕਿਤੇ ਹਾਈ ਕਮਾਂਡ ਨੇ ਕਿਹਾ ਭਾਈ ਤੁਹਾਨੂੰ ਕੋਈ ਨਾ ਕੋਈ ਅਸੀਂ ਪੱਲਾ ਬੇ ਕਰਕੇ ਕੁਛ ਕਰਨਾ ਚਾਹੁੰਦੇ, ਤੇ ਜਿਹੜੇ ਕੈਪਟਨ ਸਾਹਿਬ ਉਹ 2 ਚਿਹਰਿਆਂ ਨੂੰ ਪ੍ਰਮੁੱਖ ਕਰਨਗੇ ਵੀ ਇਹਨਾਂ ਜਿਹਨੂੰ ਮਰਜ਼ੀ ਲਾ ਲਓ। ਲੇਕਿਨ ਉਮੀਦ ਨਹੀਂ ਇਸ ਵੇਲੇ ਕੁਛ ਹੋਵੇ, ਕਿਉਂਕਿ ਜਾਖੜ ਸਾਹਿਬ ਨੇ ਅਜੇ ਤੱਕ ਆਪਣੀ ਜਿਹੜੀ ਜਦੋਂ ਦੇ ਪ੍ਰਧਾਨ ਬਣੇ ਆਪਣੀ ਕਾਂਗਰਸ ਦਾ ਵਿਸਤਾਰ ਕੀਤਾ ਹੀ ਨਹੀਂ ਗਿਆ। ਕੋਈ ਜ਼ਿਲ੍ਹਾ ਪ੍ਰਧਾਨ ਨਹੀਂ, ਕੋਈ ਜਨਰਲ ਸੈਕਟਰੀ, ਇਕੱਲੇ ਕਾਂਗਰਸ ਦੇ ਪ੍ਰਧਾਨ ਨੂੰ ਕੁਝ ਨਹੀਂ ਹੈਗੇ। ਇਸ ਕਰਕੇ ਹਾਲ ਦੀ ਕੜੀ ਜੇ ਰਾਵਤ ਸਾਹਿਬ ਕਹਿੰਦੇ ਹੋਏ ਖਾਨਾ ਪੂਰਤੀ ਕਰਨ ਡਏ ਆ, ਬਿਆਨ ਦਿੱਤਾ ਅਖਬਾਰਾਂ ਨੂੰ, ਰਿਐਕਸ਼ਨ ਵਿੱਚ ਲੋਕਾਂ ਦਾ ਕੀ ਹੁੰਦਾ। ਲੇਕਿਨ ਜਦੋਂ ਕੈਪਟਨ ਸਾਹਿਬ ਆਪਣਾ ਪੱਖ ਰੱਖ ਲੈਣਗੇ, ਖੜਗੇ ਸਾਹਿਬ ਆਪਣੇ ਪਿੰਡ ਮੇਕੇ ਛੱਡ ਗਏ ਜਾ ਰਹੇ ਨੇ, ਉਹਨਾਂ ਮੰਗਲਵਾਰ ਨੂੰ ਮਿਲਣਾ, ਉਹ ਸਾਈਨ ਕਰਨਗੇ, ਉਹ ਹਾਈ ਕਮਾਂਡ ਕੋਲ ਰਿਪੋਰਟ ਜਾਏਗੀ ਤੇ ਹਾਈ ਕਮਾਂਡ ਦੱਸੇਗਾ ਫਿਰ ਉੱਤੇ ਕੀ ਕਰਨਾ। ਨਾ ਰਾਵਤ ਦੇ ਬਸ ਕੁਛ, ਨਾ ਕਿਸੇ ਹੋਰ ਦੇ ਬਸ, ਜੋ ਫੈਸਲਾ ਕਰਨਾ ਹਾਈ ਕਮਾਂਡ ਨੇ ਕਰਨਾ ਜੀ। ਹਾਂਜੀ, ਅਗਲਾ ਸਵਾਲ ਜੀ। ਅਗਲਾ ਸਵਾਲ ਮੇਰੇ ਯੂਪੀ ਬਾਰੇ ਹੈ ਜੀ। 2 ਦਿਨ ਹੋ ਗਏ ਮੈਂ ਤਕਰੀਬਨ ਸੁਣਦਾ ਆ ਰਿਹਾ ਕਿ ਯੂਪੀ ਦੀ ਸਰਕਾਰ ਐਡਮਿਨਿਸਟ੍ਰੇਸ਼ਨ ਤੌਰ ਤੇ ਕਮਜ਼ੋਰ ਹੋ ਗਈ ਹੈ, ਤੇ ਉੱਥੇ ਜਿਹੜੇ BJP ਦੇ MLA ਨੇ ਉਹੀ ਮੁਖਾਲਫਤ ਕਰ ਰਹੇ ਨੇ। ਇੱਕ ਤਾਂ ਇਹ ਸੁਣਦਾ, ਦੂਜਾ ਮੈਂ ਸੁਣਿਆ ਸੀ ਰਵਿੰਦਰ ਸ਼ਰਮਾ ਕੋਈ ਜਿਹੜਾ 20 ਸਾਲ ਰਿਹਾ ਇਹਦੇ ਨਾਲ, ਇਹਨਾਂ ਦੇ ਨਾਲ ਰਿਹਾ ਮੋਦੀ ਸਾਹਿਬ ਨਾਲ, ਉਹਦੇ ਅਪਾਇੰਟਮੈਂਟ ਵਾਸਤੇ ਰੌਲਾ ਹੈ ਇਹਨਾਂ ਦੋਨਾਂ ਵਾਸਤੇ। ਤੇ ਅੱਜ ਇੱਕ ਹੋਰ ਨਵੀਂ ਗੱਲ ਸੁਣ ਲਈ, ਮੈਂ ਤਾਂ ਪੁੱਛਣ ਲੱਗਾ, ਬਾਕੀ ਮੈਂ ਹੈ ਤੇ ਕੁਛ ਕਰ ਚੱਲਦੇ ਹੁੰਦੇ ਨੇ। ਉਹਨਾਂ ਨੇ ਇੱਥੋਂ ਤੱਕ ਕਿ MLA ਦੀ ਕਹਿਤਾ ਵੀ ਇੰਨੇ MLA ਵੀ ਛੱਡ ਕੇ ਜਾ ਰਹੇ ਨੇ, 100 150। ਜੋਗੀ ਸਾਹਿਬ ਵੀ ਤਾਂ ਗਡਕਰੀ ਸਾਹਿਬ ਵਾਲਾ ਸੁਪਨਾ ਲੈ ਬੈਠੇ ਨਾ, ਉਹ ਵੀ ਕਿਤੇ ਕਹਿ ਬੈਠੇ ਕਿ ਅਗਲਾ ਪ੍ਰਧਾਨ ਮੰਤਰੀ, ਸ਼ਾਇਦ ਪੱਤਰਕਾਰ ਭਾਈਚਾਰਾ ਨਿਊਜ਼ ਨੂੰ ਤੁਸੀਂ ਆਵਾਜ਼ ਕਰਦੇ ਹੋ, ਉੱਥੋਂ ਦੇ ਮੀਡੀਆ ਦੀ ਥੋੜੀ ਸੁਰਾ ਉੱਠਣੇ, ਅਗਲਾ ਪ੍ਰਧਾਨ ਮੰਤਰੀ ਹੋ ਸਕਦਾ ਯੂਪੀ ਚੋਂ, ਤੇ ਫਿਰ ਤੁਹਾਨੂੰ ਪਤਾ ਹੀ। ਚਲੋ ਉਹ ਤਾਂ ਠੀਕ ਹੈ, ਸੁਰਾਂ ਇਹ ਵੀ ਉੱਠੀਆਂ ਨੇ। ਰਵਿੰਦਰ ਜਿਹੜਾ ਸ਼ਰਮਾ ਹੈ ਨਾ, ਇਹਨਾਂ ਨੂੰ ਜ਼ਿਆਦਾ ਪਤਾ ਹੈ। ਰਵਿੰਦਰ ਸ਼ਰਮਾ ਕਰਕੇ ਇਹਨੇ ਜਵਾਬ ਦਿੱਤਾ ਵੀ ਮੈਂ ਇਹਨੂੰ ਨਹੀਂ ਲਾਣਾ, ਕਿਉਂਕਿ ਉਹਦਾ ਬੰਦਾ ਹੈ। ਉਹਨੇ ਭੇਜਿਆ ਕਦ ਨਹੀਂ ਜਾਣਾ, ਗਲਤ ਸਾਰੀ ਜਿਹੜੀ ਇੱਥੋਂ ਦੀ ਹੋਏਗੀ ਉਹ ਕਰਨਾ ਮੈਂ, ਤਾਂ ਕਰਕੇ ਅਸਲੀ ਗੱਲ ਇਹ ਆ ਜੀ। ਥੈਂਕ ਯੂ। ਹਾਂਜੀ ਪਾਟੀ ਸਾਹਿਬ। ਵੇਖੋ ਜੀ, ਮੈਂ ਰਵਿੰਦਰ ਸ਼ਰਮੇ ਦੀ ਗੱਲ, MLA BJP ਜਿਹੜੀ ਉਹ ਬਗਾਵਤ ਦੇ ਰੌਂ ਦੇ ਵਿੱਚ ਉਹ ਦੂਸਰੀਆਂ ਪਾਰਟੀਆਂ 'ਚ ਜਾ ਸਕਦੇ ਨੇ। ਜਿਹੜੀ ਦੂਸਰੀ ਸਭ ਤੋਂ ਵੱਡੀ ਗੱਲ ਆ ਕਿ ਯੂਪੀ ਨੂੰ ਸੰਭਾਲਣ ਵਾਸਤੇ ਜਿਹੜੇ ਮਾਨਯੋਗ ਸਾਡੇ RS ਦੇ ਮੁਖੀ ਨੇ ਭਾਗਵਤ ਜੀ, ਉਹ ਕੱਲ ਦੇ ਦਿੱਲੀ ਪੁੱਜ ਗਏ। ਉਹ ਕਮਾਂਡ ਹੁਣ ਆਪ ਸੰਭਾਲ ਰਹੇ ਨੇ। 3 ਟੀਮਾਂ ਬਣਾ ਕੇ ਉਹ ਯੂਪੀ ਦਾ ਸਰਵੇ ਕਰ ਰਹੇ। ਉਹ ਵੀ ਮਹਿਸੂਸ ਕਰਦੇ ਵੀ ਯੂਪੀ ਇੱਥੋਂ ਚਲੇਗੀ ਤੇ ਸਾਡੇ ਇੱਥੋਂ ਸਰਕਾਰ ਚਲੇਗੀ, ਕੇਂਦਰ ਸਾਡੇ ਤੋਂ ਚਲਾ ਗਿਆ। ਇਹ ਕੰਧ ਤੇ ਲਿਖਿਆ ਸੱਚ ਆ ਕਿ ਜਿਹੜੀ
ਪ੍ਰਧਾਨ ਮੰਤਰੀ ਦੀ ਕੁਰਸੀ ਉਹ ਵਾਇਆ ਲਖਨਊ ਹੋ ਕੇ ਆਉਂਦੀ ਹੈ। ਜੋ ਹਾਲਾਤ ਉੱਥੇ ਪੰਚਾਇਤੀ ਚੋਣਾਂ 'ਚ ਹੋਏ ਆ ਉਹਨਾਂ ਨੂੰ ਲੈ ਕੇ ਕਾਫੀ ਚਿੰਤਨ, ਤੇ ਭਾਗਵਤ ਨੂੰ ਕਿਉਂ ਆਉਣਾ ਪਿਆ ਉੱਥੇ, ਕਿਉਂ ਮੀਟਿੰਗਾਂ ਕਰਨਾ ਪਈਆਂ? ਉਹਨੇ ਕੁਝ ਬੰਦ ਕਮਰੇ ਮੀਟਿੰਗਾਂ ਵੀ ਕੀਤੀਆਂ ਨੇ ਇਹਦੇ ਬਾਰੇ। ਪੋਸੀਬਿਲਿਟੀ ਹੈ ਵੀ ਮੋਦੀ ਨੂੰ ਹਿਲਾ ਦੇਣ, ਕਿਉਂਕਿ ਜੋਗੀ ਸਾਹਿਬ ਬਾਰੇ ਪਹਿਲਾਂ ਇਹਨਾਂ ਆਪ ਉਹਨੂੰ ਬੂਸਟ ਕੀਤਾ। ਜੋਗੀ ਦਾ ਦੇਣ ਕੀ ਸਮਝ ਤੁਸੀਂ ਹੈਗੀ? ਇੱਕ ਆਪਣੇ ਜਿਹੜੇ ਹੰਡੇ ਹੋਏ ਸਿਆਸਤਦਾਨਾਂ ਨੂੰ ਲਾਂਭੇ ਕਰਕੇ ਤੁਸੀਂ ਮੱਠ 'ਚ ਚੁੱਕ ਕੇ ਲਿਆ ਕੇ ਜਿਹੜਾ ਮੁੱਖ ਮੰਤਰੀ ਬਣਾਤਾ, ਜਿਹਨੂੰ ਪਤਾ ਹੀ ਕੁਛ ਨਹੀਂ ਉਹਦੇ ਬਾਰੇ। ਉਹੀ ਜੋਗੀ ਸੀ ਨਾ ਜਿਹੜਾ ਜਾ ਕੇ ਪਾਰਲੀਮੈਂਟ 'ਚ ਰੋਂਦਾ ਸੀ ਵੀ ਮੈਨੂੰ ਯਾਦਵਾਂ ਨੇ ਫੜ ਕੇ, ਮੁਲਾਇਮ ਸਿੰਘ ਯਾਦਵ ਫੜ ਕੇ ਅੰਦਰ ਕਰ ਦੇਣਾ ਜੀ, ਮੇਰੀ ਸੁਰੱਖਿਆ ਦਾ ਬੰਦੋਬਸਤ ਕੀਤਾ ਜਾਏ। ਜਿਹੜਾ ਬੰਦਾ ਇੱਥੋਂ ਤੱਕ ਕਮਜ਼ੋਰ ਆ ਵੀ ਰੋ ਕੇ ਆਪਣੀ ਗੱਲ ਕਰ ਸਕਦਾ, ਤਾਂ ਉਹ ਦੱਸੋ ਸਵਾਲੂਗਾ ਕਿਸੇ ਦਾ ਕੀ? ਜੋਗੀ ਬਾਰੇ ਚਰਚਾ ਸੀਗੀ ਵੀ ਜੋਗੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਤੇ ਜਿਹੜੀ RSS ਆਪਣੀ ਮੀਰ ਮੰਨੂ ਵਾਲੀਆਂ ਪੁਲਜਰੀਆਂ ਜਿਹੜੀ ਇੱਕ ਕਿਤਾਬ ਦੇ ਨਾਲ ਨਾਮ ਭੁੱਲ ਗਿਆ ਉਹਨੂੰ, ਉਹ ਜਿਹੜੀਆਂ ਉਹ ਆਪਣੀਆਂ ਪਾਲਿਸੀ ਲਾਗੂ ਕਰਨੀ ਸੀ। ਲੇਕਿਨ ਇਸ ਵੇਲੇ ਸਥਿਤੀ ਮਮਤਾ ਨੇ ਸਾਰਾ ਦੇਸ਼ ਲਾ ਕੇ ਰੱਖਤਾ ਇੱਕ ਵਾਰੀ, ਚਾਣਕਿਆ ਨੀਤੀ। ਇਸ ਕਰਕੇ ਉਹ ਰਵਿੰਦਰ ਜਿਹੜੇ ਆ ਉਹ ਤਾਂ ਬੜੀ ਥੱਲੀ ਗੱਲ ਹੈ। ਜਦੋਂ ਆਪ ਆ ਕੇ ਜਿਹੜਾ ਮੁਖੀ ਬਹਿ ਗਿਆ ਇੱਥੇ ਦਿੱਲੀ ਦੇ ਵਿੱਚ ਆਪਣਾ RSS ਦਾ, ਇਸੇ ਗੱਲ ਤੇ ਚਿੰਤਤ ਹੈ ਵੀ UP ਅਸੀਂ ਕਿਵੇਂ ਬਚਾਉਣੀ, ਤੁਹਾਨੂੰ ਦੱਸੋ ਇਹਦਾ ਹੱਲ ਵੀ ਕੋਈ ਨਹੀਂ। ਬਾਕੀ ਕੀ ਰਹਿ ਗਿਆ? ਬਾਕੀ ਸਭ ਪਿੱਛੇ ਨੇ ਹੁਣ ਜੀ। ਉਹਦੇ ਸਾਹਮਣੇ ਮੋਦੀ ਵੀ ਥੱਲੇ ਬੈਠਾ ਹੋਊ, ਤਾਂ ਪੀੜੀ 'ਚ ਬੈਠਾ ਹੋਊਗਾ ਜੀ। ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਬੜੀ ਵੱਡੀ ਗੱਲ ਕਹਿ ਗਈ ਉਹਦੇ ਸਾਹਮਣੇ, ਕਿਆ ਬਾਤ ਹੈ ਜੀ। ਖੈਰ, ਬਰਗਾੜੀ ਕਾਂਡ ਤੋਂ ਧਿਆਨ ਪਾਸੇ ਹਟਾਉਣ ਲਈ ਗੋਲੀ ਵਾਲੀ ਜਿਹੜੀ ਬੀੜ ਸਾਹਿਬ ਹੈ ਉਹ ਵਿਖਾਈ ਜਾ ਰਹੀ ਹੈ। ਅਤੇ ਇਹ ਘਟਨਾ ਸ਼ਾਇਦ ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਜਿਹੜੇ ਇਤਿਹਾਸ ਤੋਂ ਜਾਣੂ ਨੇ, ਉਹ ਪਹਿਲਾਂ ਵੀ ਘਟਨਾ ਵਾਪਰੀ ਹੈ, ਕੋਈ ਪਹਿਲੀ ਵਾਰ ਨਹੀਂ ਹੈ। ਪਾਪੀਆਂ ਨੇ ਪਾਪ ਕੀਤੇ ਨੇ, ਪਰ ਪਾਪੀਆਂ ਨੂੰ ਮਾਰਨ ਲਈ ਪਾਪ ਮਹਾਬਲੀ ਹੈ ਹਮੇਸ਼ਾ ਹੀ। ਉਹ ਇਸ ਸੰਸਾਰ ਤੋਂ ਜਾਣਾ ਸਾਰਿਆਂ। ਨਨਕਾਣਾ ਸਾਹਿਬ ਵਿਖੇ ਵੀ ਬੀੜ ਸਾਹਿਬ ਨੂੰ ਗੋਲੀ ਲੱਗੀ ਸੀ। ਬੀਬੀ ਜੀ ਭਾਵੁਕ ਕਾਫੀ ਹੋਏ, ਉਹ ਵੀ ਦਿਖਾ ਦਿੰਦੇ। ਬੀਬੀ ਜੀ ਭਾਵਕ ਜਿਹੜੀ ਉਹ ਕੁਰਸੀ ਵਾਸਤੇ ਹੋਏ ਨੇ, ਕੌਮ ਵਾਸਤੇ ਭਾਵਕ ਨਹੀਂ ਹੋਈ। ਚਲੋ, ਜੇ ਕੌਮ ਵਾਸਤੇ ਭਾਵਕ ਮਤਲਬ ਮਗਰਮੱਛ ਦੇ ਹੰਝੂ ਆ, ਮਗਰਮੱਛ ਦੇ ਹੰਝੂ। ਠੀਕ। ਹੁਣ ਬੀਬੀ ਜੀ ਨੂੰ ਇਹ ਨਹੀਂ ਚੇਤਾ ਆ ਕਿ ਇਹ ਬੀੜ ਤਾਂ ਤੁਸੀਂ ਵਿਖਾਤੀ ਜਿਹੜੀ ਮਾਨਤਾ ਨਰੈਣੀ ਦੇ ਟਾਈਮ ਤੇ ਗੋਲੀ ਵੱਜੀ ਬੀੜ ਸੀ, ਉਹ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਪਈ ਹੈ। ਉਹ ਕਿੰਨੇ ਸਾਲ ਪੁਰਾਣੀ ਹੋ ਗਈ ਹੈ, ਉਹਦਾ ਕਿਸੇ ਜ਼ਿਕਰ ਕੀਤਾ? ਕਿਸੇ ਜ਼ਿਕਰ ਨਹੀਂ ਕੀਤਾ। ਸਿਰਫ ਇਹ ਬੀੜ ਵਿਖਾ ਕੇ ਲੋਕਾਂ ਦੀਆਂ ਭਾਵਨਾ ਭੜਕਾ ਕੇ, ਮੈਂ ਸੋਚਦਾ ਵੀ ਨੌਜਵਾਨਾਂ ਦੇ ਵਿੱਚ ਤੁਸੀਂ ਇਹੋ ਜਿਹੀ ਬੇਟੀ ਪੈਦਾ ਨਾ ਕਰੋ। ਫਿਰ ਜੇ ਕੋਈ ਇਹੋ ਜਿਹਾ ਸਿਰ ਫਿਰਿਆ ਉੱਠ ਪਿਆ, ਇੱਕ ਨੇ ਗਲਤੀ ਕਰ ਦਿੱਤੀ ਤੇ ਮੁੜ ਕੇ ਜਿਹੜੇ ਹਾਲਾਤ ਹੋਣੇ ਸਿੱਖਾਂ ਦੇ, ਉਹ ਤੁਹਾਨੂੰ ਹੀ ਪਤਾ ਤੇ ਸਾਨੂੰ ਹੀ ਪਤਾ। ਅਸੀਂ ਬੀੜ ਵਿਖਾਉਣ ਦੇ ਬਿਲਕੁਲ ਖਿਲਾਫ ਨਹੀਂ। ਵਿਖਾਓ ਤੁਸੀਂ ਵੀ ਆਹ ਸਾਡੇ ਦਾ ਘਟਨਾ ਵਾਪਰੀ ਆ, ਤੇ ਇਹਦੇ ਨਾਲ ਨਨਕਾਣਾ ਸਾਹਿਬ ਦੀ ਬੀੜ ਰੱਖ ਦਿਓ ਵੀ ਇਹ ਜੀ ਘਟਨਾ ਵਾਪਰੀ ਹੈ। ਉਹਦਾ ਚਿੱਟਾ ਕੋਈ ਨਹੀਂ ਤੁਹਾਨੂੰ ਆ ਰਿਹਾ, ਉਹ ਤੁਹਾਡੇ ਕੋਲ ਪਹਿਲਾਂ ਨਹੀਂ ਪਈ ਇੱਥੇ ਹੈਗੀ। ਸਿਰਫ ਇਹੋ ਹੀ ਕਿ ਜਿਹੜੀ ਬਰਗਾੜੀ ਦੀ ਜਿਹੜੀ ਜਾਂਚ ਚੱਲ ਰਹੀ ਹੈ, ਜਾਂ ਬਰਗਾੜੀ ਦਾ ਮੋਰਚਾ ਲੱਗ ਰਿਹਾ, ਜਾਂ ਕਾਂਗਰਸ ਨੂੰ ਬਦਨਾਮ ਕਰਨਾ, ਉਹਦੇ ਵਾਸਤੇ ਤੁਹਾਡੇ ਕੋਲ ਇੱਕ ਤੀਰ ਨਾਲ ਤੁਸੀਂ ਕਈ ਨਿਸ਼ਾਨੇ ਕਰ ਰਹੇ। ਸਭ ਤੋਂ ਅਫਸੋਸਨਾਕ ਕਹਾਣੀ ਇਹ ਆ ਬਾਜਵਾ ਚਾਵਲਾ ਸਾਹਿਬ, ਇੰਨੀ ਖੁਸ਼ੀ ਬਣਾਈ ਗਈ ਉਹਦੇ ਉੱਤੇ ਵੀ ਅੱਜ ਉਸ ਬਾਬਾ ਗੁਰਬਖਸ਼ ਸਿੰਘ ਗੁਰਦੁਆਰੇ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਜਾ ਰਿਹਾ। ਇਹ ਹਫ਼ਤਾ ਸਾਡਾ ਸ਼ਹੀਦੀ ਹਫ਼ਤਾ ਵਾ, ਸੋਗ ਦਾ ਹਫ਼ਤਾ ਵਾ। ਤੁਸੀਂ ਕਹਿੰਦੇ ਇਹਨਾਂ ਨੂੰ ਧੂਤੇ ਨਾ ਕਿਉਂ? ਚਲੋ ਕਹਿ ਦਿਓ ਤੁਸੀਂ। ਜਦੋਂ ਮੈਂ ਸਵੇਰੇ ਦਰਬਾਰ ਸਾਹਿਬ ਮੱਠਾ ਗਿਆ ਟਿਕਣ ਗਿਆ ਤੇ ਜਾ ਕੇ ਵੇਖਿਆ ਸ਼ਿੰਗਾਰਿਆ ਜਾ ਫੁੱਲਾਂ ਨਾਲ, ਫੁੱਲ ਮੁਕਾਏ ਜਾ ਰਹੇ, ਬੜੀ ਖੁਸ਼ੀ ਮਨਾਈ ਜਾ ਰਹੀ ਹੈ। ਖੁਸ਼ੀ ਬਣਾਓ, ਤੁਹਾਨੂੰ ਹੱਕ ਆ, ਤੁਹਾਨੂੰ ਕੋਈ ਪ੍ਰਬੰਧ ਆ, ਤੁਹਾਨੂੰ ਰੋਕ ਸਕਦਾ ਕੋਈ? ਲੇਕਿਨ ਸੱਚੀ ਗੱਲ ਕਰ, ਤੁਸੀਂ ਸੰਕੋਚ ਨਹੀਂ ਕਰਾਂਗੇ। ਤੁਸੀਂ ਗਲਤ ਕਰ ਰਹੇ ਹੋ। ਇਹ ਸੋਗ ਦਾ ਸਮਾਂ, ਜੇ ਬੀੜ ਵੱਜੀ, ਗੋਲੀ ਵੱਜੀ ਤਾਂ ਵੀ ਸੋਗ ਆ, ਉਹ ਤੇ ਖੁਸ਼ੀ ਵਾਲੀ ਗੱਲ ਕੋਈ ਨਹੀਂ ਹੈਗੀ ਜੀ। ਕਾਲਰ ਨੇ ਇੱਕ ਲਾਸਟ ਕਾਲ ਲੈ ਲੈਣੇ, ਫਿਰ ਵਾਈਂਡ ਅਪ ਕਰਦੇ ਹਾਂ ਜੀ। ਹੈਲੋ ਦਿਲਬਾਗ ਜੀ, ਪੱਟੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ ਤੇ ਇੱਕ ਜ਼ਰੂਰ ਜਾਂਦੇ ਜਾਂਦੇ ਉਸ ਦੁਖਦਾਈ ਜੋ ਹੋਇਆ 1984 ਦੇ ਵਿੱਚ, ਉੱਤੇ ਕੁੱਲ ਕਿੰਨੀਆਂ ਸ਼ਹੀਦੀਆਂ ਹੋਈਆਂ ਸੀ, ਤੇ ਇੱਥੇ ਜ਼ਰੂਰ ਜਾਂਦੇ ਜਾਂਦੇ, ਕਿਉਂਕਿ ਹਰ ਸਾਲ ਚਾਵਲਾ ਜੀ ਦੇ ਪ੍ਰੋਗਰਾਮ ਤੇ ਸੁਣਨ ਨੂੰ ਮਿਲਦਾ, ਪਰ ਹਰੇਕ ਵਾਰੀ ਉਹਨੂੰ ਜਦ ਸੁਣਦੇ ਆ ਹੋਰ
ਦੁਬਾਰੇ ਫਿਰ ਉੱਥੇ ਜਲ ਪਹੁੰਚ ਜਾਂਦੀ ਹੈ। ਇਹ 'ਤੇ ਚਾਨਣਾ ਪਾ ਕੇ ਜਾਇਓ। ਇੱਕ ਬੇਨਤੀ ਕਰੂੰਗਾ ਜੀ, ਕੱਲ੍ਹ ਨੂੰ ਵੱਧ ਤੋਂ ਵੱਧ ਸਮਾਂ 5-6 ਜੂਨ 'ਤੇ ਜੋ ਕੁਛ ਹੋਇਆ ਉਹਦੇ 'ਤੇ ਜਿਹੜੀਆਂ ਬਹੁਤ ਸਾਰੇ ਗੁੱਝੇ ਭੇਦ ਆ ਉਹਨਾਂ 'ਤੇ ਚਾਨਣਾ ਜ਼ਰੂਰ ਪਾਇਓ। ਵੱਧ ਤੋਂ ਵੱਧ ਕੱਲ੍ਹ ਨੂੰ ਜਾਣਕਾਰੀ ਹੋਰ ਦਿਓ ਜੀ। ਮਿਹਰਬਾਨੀ, ਥੈਂਕ ਯੂ। ਬਿਲਕੁਲ ਜੀ, ਤੁਸੀਂ ਸਹੀ ਕਿਹਾ ਜੀ। ਆਪਾਂ ਕਨਕਲੂਡ ਵੀ ਇਹਨੂੰ ਕੱਲ ਨੂੰ ਕਰਾਂਗੇ 5 ਤੇ 6 ਨੂੰ, ਤੇ ਕੱਲ ਨੂੰ ਦੱਸਾਂਗੇ ਆਪਾਂ ਵੀ ਕਿੰਨੀਆਂ ਸ਼ਹਾਦਤਾਂ ਸਰਕਾਰ ਕਰੀ ਹੈ ਤੇ ਅਸਲ 'ਚ ਕਿੰਨੀਆਂ ਆਈਆਂ, ਤੇ ਸ਼੍ਰੋਮਣੀ ਕਮੇਟੀ ਕਿੰਨੇ ਕਰੀ ਹੈ ਤੇ ਸਾਰੇ ਵਾਈਟ ਪੇਪਰ ਕਿੰਨਾ ਕਹਿ ਰਹੇ। ਇਹ ਵੱਖੋ ਵੱਖਰੇ ਤੱਤ ਰੱਖਾਂਗੇ ਆਪਾਂ ਸਾਹਮਣੇ, ਕਿਉਂ ਜੇ ਹੁਣ ਪੈ ਗਏ ਤੇ ਇਹਨੇ 10 ਨੂੰ ਲੈ ਜਾਣੇ ਆਪਣੇ। ਇਸ ਕਰਕੇ ਮੈਂ ਕੱਲ ਨੂੰ ਸਭ ਰੱਖਾਂਗੇ। ਚਾਵਲਾ ਸਾਹਿਬ ਫਿਰ ਕਹਿੰਦਾ ਦੇ ਮੈਂ ਸੋਣਾ ਜਾ ਕੇ ਜੀ, ਫਿਰ ਉਠਾਵਾਂ ਜੀ, ਫਿਰ ਕਰ ਇਹਦਾ ਕੰਕਲੂਜਨ ਮੈਂ ਕਰ ਰਿਹਾ ਹੁਣ। ਗੁੱਡ ਮਾਰਨਿੰਗ ਸ਼ੋਅ ਦੀ ਵਾਗਡੋਰ ਬਹੁਤ ਜਲਦੀ ਅਰਸ਼ਨਾਂ ਨੂੰ ਦੇ ਦੇਣੀ ਆ, ਤੇ ਆਪਾਂ ਫਿਰ ਭਾਵੇਂ 1 ਵਜੇ ਤੱਕ ਸੋਇਆ ਕਰਾਂਗੇ, ਕੋਈ ਗੱਲ ਨਹੀਂ, ਠੀਕ ਹੈ। ਜਦੋਂ ਸਵੇਰੇ ਫਿਰ 7 ਵਜੇ ਦੇ ਅਲਾਰਮ ਨੇ ਆਪਣਾ ਨੂੰ ਨਹੀਂ ਬੋਦਰ ਕਰਨਾ, ਤੇ ਫਿਰ ਆਪਾਂ ਲੱਗੇ ਰਿਹਾ ਕਰਾਂਗੇ। ਕਿਹੜੀ ਗੱਲ ਆ, ਜਿੰਨਾ ਚਿਰ ਸਾਡੇ ਦਰਸ਼ਕ ਸਰੋਤੇ ਕਾਲ ਕਰਦੇ ਰਿਹਾ ਕਰਨਗੇ ਫਿਰ ਲੱਗੇ ਰਿਹਾ ਕਰਾਂਗੇ। ਪਰ ਸਵੇਰੇ ਜਿੱਦਾਂ ਤੁਸੀਂ ਵੀ ਦੇਖੋ ਕਿ ਫੁੱਲ ਪਲੱਜ ਗੁੱਡ ਮਾਰਨਿੰਗ ਸ਼ੋਅ ਦੇ ਵਿੱਚ ਉਨੀ ਐਨਰਜੀ ਚਾਹੀਦੀ ਹੈ ਜਿੰਨੀ ਤੁਹਾਡਾ ਸਮਕਾਲੀ ਨਾਲ ਦਾ ਹੋਸਟ ਲੈ ਕੇ ਬੈਠਾ, ਉਨੀ ਇਨਫੋਰਮੇਸ਼ਨ ਵੀ ਚਾਹੀਦੀ ਹੈ ਜਿੰਨਾ ਤੁਹਾਡੇ ਤੋਂ ਪਹਿਲਾਂ ਤੋਂ ਚੱਲਦਾ ਹੋਇਆ। ਸਾਡੇ ਬਹੁਤ ਵੱਡਾ ਮਾਣ ਸਾਨੂੰ ਹੈ ਕਿ ਓਨਟਾਰੀਓ ਦੇ ਵਿੱਚ ਜਿੰਨੇ ਪੰਜਾਬੀ ਸ਼ੋਅ ਨੇ ਉਹਨੇ ਪੰਜਾਬ 'ਚ ਨਹੀਂ ਹੈਗੇ, ਉਨੀਆਂ ਅਖਬਾਰਾਂ ਨਹੀਂ ਹੋਣੀਆਂ ਪੰਜਾਬ ਦੇ ਜਿੰਨੇ ਓਨਟਾਰੀਓ ਦੇ ਕੈਨੇਡਾ ਦੇ ਵਿੱਚ ਪੰਜਾਬੀ ਸ਼ੋਅ ਚੱਲਦੇ ਨੇ। ਇੱਕ ਵਾਰੀ 7 ਸ਼ੋਅ ਚੱਲਦੇ ਨੇ 24 ਘੰਟੇ ਸਾਡੇ। ਜੀ ਜੀ ਜੀ। ਤੇ 7 ਸ਼ੋਆਂ ਦੇ ਵਿੱਚ ਤੁਸੀਂ ਕੁਝ ਲੈ ਕੇ ਬੈਠੋਗੇ ਤੇ ਫੇਰ ਹੀ ਆ ਨਾ ਜੀ। ਤੇ ਹਰ ਤਰ੍ਹਾਂ ਦੀ ਕੁਆਲਿਟੀ ਸੁਣਨਾ ਚਾਹੁੰਦੇ ਨੇ ਲੋਕ। ਤੇ ਅਸੀਂ ਤਾਂ 1997 ਤੋਂ ਲੈ ਕੇ ਜਿੰਨਾ ਚੱਕ ਮੇਰੇ ਸਵਾਸ ਹਨ, ਮੇਰੇ ਕੋਲ ਬਲ ਹੈ, ਮੇਰੇ ਕੋਲ ਹਿੰਮਤ ਹੈ, ਇਹ ਗੱਲ ਆਪਾਂ ਕੀਤੀ ਹੈ 84 ਦੀ। ਚਾਹੇ ਸਾਨੂੰ ਐਡਵਰਟਾਈਜ਼ਮੈਂਟ ਇਸ ਸੰਦਰਭ 'ਚ ਨਹੀਂ ਦਿੱਤੀ ਦੇਣ ਵਾਲਿਆਂ ਨੇ, ਸਾਡੀ ਪਿੱਠ ਵੀ ਥਾਪੜੀ ਪਰ ਫਿਰ ਵੀ ਨਹੀਂ ਦਿੱਤੀ, ਬੱਲੇ ਬੱਲੇ ਵੀ ਕਰਵਾਈ। ਬੜੇ ਬਿਜ਼ਨਸਮੈਨਾਂ ਨੂੰ ਗ੍ਰੈਂਡ ਓਪਨਿੰਗ ਦੇ ਬੜੇ ਲੋੜਾਂ ਹੁੰਦੀਆਂ ਸੀ। ਉਸ ਵਕਤ ਮੀਡੀਆ ਥੋੜ੍ਹਾ ਸੀਮਤ ਹੁੰਦਾ ਸੀ। ਉਹ ਕਹਿੰਦੇ ਹੁੰਦੇ ਸੀ ਕਿ ਮਜਬੂਰੀ ਸੀ ਉਹਨਾਂ ਨੂੰ ਸਾਨੂੰ ਐਡਵਰਟਾਈਜ਼ਮੈਂਟ ਦੇਣੀ। ਹਾਂਜੀ ਜੀ। ਸ਼ਾਬਾਸ਼, ਤੁਸੀਂ ਗੱਲ ਬੜੀ ਵਧੀਆ ਕਰਦੇ ਹੋ, ਚੱਕ ਦਿਓ ਫਟੇ ਤੁਹਾਡੇ ਨਾਲ। ਥੋੜ੍ਹਾ ਜਿਹਾ ਸੂਤ ਹੋਇਆ ਤੇ ਚੱਲ ਮੇਰੇ ਭਾਈ ਜਾਓ ਜੀ, ਤੁਸੀਂ ਆਪਣੇ ਘਰ, ਅਸੀਂ ਆਪਣੇ ਘਰ ਹਨ। ਤੇ ਅਸੀਂ ਸਮਝਦੇ ਹਾਂ ਸਾਰਾ ਕੁਝ। ਮਜਬੂਰੀਆਂ ਵੀ ਹੋ ਸਕਦੀਆਂ ਕਿਸੇ ਵੇਲੇ ਦਬਾਅ ਵੀ ਹੋ ਸਕਦਾ, ਕਿਸੇ ਵੇਲੇ ਕੁਝ ਪਰਸਨਲ ਰੰਜਿਸ਼ਾਂ ਵੀ ਆ ਜਾਂਦੀਆਂ ਕਿਸੇ ਵੇਲੇ, ਹੈ ਨਾ, ਵੀ ਆਹ ਗੱਲ ਕਿਉਂ ਕੀਤੀ, ਉਹ ਕਿਉਂ ਕੀਤੀ, ਕਰਨੀ ਨਹੀਂ ਸੀ ਚਾਹੀਦੀ। ਸੋ ਅਸੀਂ 1997 ਤੋਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੀ ਰਹੇ ਹਾਂ। ਜਦੋਂ ਇੱਥੇ ਕੋਈ 84 ਦੀ ਗੱਲ ਕਰਕੇ ਖੁਸ਼ ਨਹੀਂ ਸੀਗਾ ਦਿੱਲੀ ਦੀ ਕਤਲੇਆਮ ਦੀ, ਅਸੀਂ ਉਦੋਂ ਵੀ ਸਿੱਖ ਜੈਨੋਸਾਈਡ ਕਹਿੰਦੇ ਰਹੇ ਹਾਂ। ਅਸੀਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਚਾਹਣ ਵਾਲਿਆਂ ਨੂੰ, ਤੇ ਉਸ ਵਕਤ ਵੀ ਅੱਜ ਭਾਜਪਾ ਨੇ, ਅੱਜ ਤੁਸੀਂ ਮੰਨਿਆ ਨਾ ਵੀ ਕਹਿਤਾ ਕਿ ਆਪਾਂ ਕਹਿੰਦੇ ਹਾਂ ਕਿ ਅਡਵਾਨੀ ਨੇ ਮੰਨ ਲਿਆ, ਤੇ ਅਸੀਂ ਉਦੋਂ ਵੀ ਭੰਗੜਾ ਪਾਉਣ ਵਾਲਿਆਂ ਨੂੰ ਫਿਟਕਾਰਾਂ ਪਾਉਂਦੇ ਰਹੇ ਹਾਂ। ਇਹ ਪਿੰਡਾਂ 'ਚ ਵੀ ਭੰਗੜੇ ਪਏ, ਮਠਿਆਈਆਂ ਵੰਡੀਆਂ ਗਈਆਂ, ਤੇ ਦਰਬਾਰ ਸਾਹਿਬ ਦੇ ਸਾਹਮਣੇ ਵੀ, ਹੈ ਨਾ। ਬਿਲਕੁਲ ਜੀ ਬਿਲਕੁਲ। ਅਸੀਂ ਉਦੋਂ ਵੀ ਲਾਂਤਾਂ ਪਾਉਂਦੇ ਰਹੇ। ਮਸਲਾ ਇਹ ਸੀ ਕਿ ਉਦੋਂ ਭਾਜਪਾ ਇੰਨੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਬੁਲੰਦ ਨਹੀਂ ਸੀਗੀ, ਤੇ ਇੱਥੇ ਕਾਂਗਰਸੀ ਸੀ ਤਕਰੀਬਨ ਉਦੋਂ, ਤੇ ਉਹ ਕਾਂਗਰਸੀ 90% ਹੁਣ ਦੂਜੇ ਪਾਸੇ ਚੱਲ ਗਏ ਨੇ, ਤੇ ਉਹਨਾਂ ਨੂੰ ਇਹ ਪ੍ਰੋਗਰਾਮ ਉੱਦਾਂ ਵੀ ਚੁੱਭਦਾ। ਪਰ ਅਸੀਂ ਕਦੇ ਕਿਸੇ ਧਰਮ ਦੇ ਖਿਲਾਫ ਨਹੀਂ ਬੋਲੇ। ਦੇਸ਼ ਦੇ ਖਿਲਾਫ ਭਾਰਤ ਜਿੰਨਾ ਹਿੰਦੂਆਂ ਨੂੰ ਪਿਆਰਾ, ਉਹਨਾਂ ਸਿੱਖਾਂ ਨੂੰ ਪਿਆਰਾ, ਉਹਨਾਂ ਈਸਾਈਆਂ ਨੂੰ ਵੀ ਸ਼ਾਇਦ ਪਿਆਰਾ ਹੋਊਗਾ, ਤੇ ਉਹਨਾਂ ਉੱਥੇ ਰਹਿਣ ਵਾਲੇ ਮੁਸਲਮਾਨਾਂ ਨੂੰ ਵੀ ਪਿਆਰਾ ਹੋਊਗਾ, ਓਨਾ ਹੀ ਮੈਨੂੰ ਪਿਆਰਾ। ਭਾਰਤ ਦੇ ਖਿਲਾਫ ਨਾ ਕਦੀ ਬੋਲਣ ਦਿੱਤਾ, ਨਾ ਬੋਲੇ ਆ, ਨਾ ਬੋਲਣਾ। ਤਿਰੰਗੇ ਨੂੰ ਹਮੇਸ਼ਾ ਸਤਿਕਾਰ ਦਿੱਤਾ, ਦਿੰਦੇ ਰਵਾਂਗੇ। ਗੱਲ ਰਹੀ ਲੀਡਰਸ਼ਿਪ ਦੀ, ਪਾਰਟੀ ਕੋਈ ਵੀ ਹੋਵੇ, ਕਾਂਗਰਸ ਹੋਵੇ, ਭਾਜਪਾ ਹੋਵੇ, ਜਾਂ ABC ਕੋ ਉੱਥੇ ਹੋਰ ਆ ਜਾਂਦੀ ਹੈ, ਉਹ ਸਿਰਫ 5 ਸਾਲ ਵਾਸਤੇ ਰਾਜ ਕਰਨ ਲਈ, ਚੰਗੇ ਸਿਸਟਮ ਨੂੰ ਚਲਾਉਣ ਵਾਸਤੇ ਵਾਅਦੇ ਕਰਕੇ ਆਈ ਹੈ। ਤੇ ਉਹਨਾਂ ਵਾਅਦਿਆਂ ਨੂੰ ਜਦੋਂ ਉਹ ਪੂਰਾ ਨਹੀਂ ਕਰਦੀ, ਉਹਨੂੰ ਕ੍ਰਿਟੀਸਾਈਜ਼ ਕਰਨਾ ਹਰ ਪੱਤਰਕਾਰ ਦਾ ਤੇ ਹਰ ਨਾਗਰਿਕ ਦਾ ਇੱਕ ਧਰਮ ਹੈ, ਤੇ ਉਹ ਧਰਮ ਨਿਭਾ ਰਹੇ ਸੀ। ਦੈਟਸ ਇਟ। ਚੰਗਾ ਲੱਗਦਾ ਕਈਆਂ ਨੂੰ, ਉਹਨਾਂ ਨੂੰ ਵੀ ਮੁਬਾਰਕ, ਜਿਹਨਾਂ ਨੂੰ ਨਹੀਂ ਚੰਗਾ ਲੱਗਦਾ ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ। ਪਾਟੀ ਸਾਹਿਬ ਫਿਰ ਕੱਲ੍ਹ ਮਿਲਦੇ ਹਾਂ, ਖੁੱਲ੍ਹ ਕੇ ਗੱਲਾਂ ਬਾਤਾਂ ਕਰਾਂਗੇ। ਥੈਂਕ ਯੂ, ਤੁਹਾਡਾ ਧੰਨਵਾਦ। ਤੇ ਸਾਡੇ ਵੱਲੋਂ ਜਦੋਂ ਜਾਓਗੇ ਦਰਬਾਰ ਸਾਹਿਬ ਤੇ ਬਈ ਸ਼ਹੀਦਾਂ ਨੂੰ ਨਤਮਸਤਕ ਮੱਥਾ ਟੇਕ ਦਿਓ, ਦਿਲ ਦੇ ਵਿੱਚ ਅਰਦਾਸ ਕਰਕੇ ਪਹੁੰਚ ਜਾਂਦੀ। ਕਹਿੰਦੇ ਇੱਕ ਘੜੀ ਆਦੀ ਸੇ ਬੁਨਿਆਦ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਵੀ ਦਿਓ ਛੁੱਟੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।